ਚੌਪਈ। ਜਿਮ ਗੋਂਦੇ ਗੁਰ ਅੰਗਦ ਪਾਸ, ਪੂਰਬ ਕਰੀ ਉਤੀ ਅਰਦਾਸ। ਗੋਇੰਦਵਾਲ ਵਿਸਾਲ ਬਸਾਇਓ, ਸੋ ਗੁਰ ਕੇ ਅਨਸਾਰ ਰਾਇਓ। ਆਰ ਬਲਾ ਤਿਸ ਪੂਰੀ ਭਈ, ਪ੍ਰਾਨ ਅੰਤ ਕਾਇਆ ਤਜ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਵੱਡੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਅਤਿਅੰਤ ਵੱਡੇ ਭਾਗ ਹਨ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਸਤਿਗੁਰੂ। ਦੀਨਾ ਬੰਧੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ 'ਚ ਸੰਧਿਆ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ, ਸ੍ਰੀ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਪਰਮ ਦਿਆਲੂ ਕਿਰਪਾਲੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਮਹਿਮਾ ਘਰ ਘਰ ਵਿੱਚ ਉਜਾਗਰ ਹੋ ਰਹੀ ਹੈ। ਇੱਕ ਭਾਈ ਖੇਡਾ ਸੋਇਨੀ ਨਾਮ ਦਾ ਬ੍ਰਾਹਮਣ ਹੈ, ਜੋ ਦੁਰਗਾ ਦਾ ਭਗਤ ਹੈ। ਸਾਲ ਵਿੱਚ 2 ਵਾਰੀ ਦੁਰਗਾ ਦਰਸ਼ਨਾਂ ਵਾਸਤੇ ਜਾਂਦਾ ਹੈ। ਇਸ ਵਾਰ ਵੀ ਮਨ 'ਚ ਸੰਕਲਪ ਹੋਇਆ, ਦਰਸ਼ਨ ਕਰਨ ਵਾਸਤੇ ਚੱਲਿਆ ਹੈ। ਰਸਤੇ ਵਿੱਚ ਗੋਇੰਦਵਾਲ ਸਾਹਿਬ ਨਗਰ ਪਹੁੰਚਿਆ ਤੇ ਮਨ ਦਾ ਫੁਰਨਾ ਹੋਇਆ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾਂ। ਜਿਸ ਵੇਲੇ ਗੁਰੂ ਦਰਬਾਰ ਵਿੱਚ ਪਹੁੰਚਿਆ ਤੇ ਸਿੱਖਾਂ ਨੇ ਗੁਰੂ ਘਰ ਦੀ ਮਰਿਆਦਾ ਦੱਸੀ ਕਿ ਜੇ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਤਾਂ ਪਹਿਲਾਂ ਪੰਗਤ ਵਿੱਚ ਜਾ ਕੇ ਲੰਗਰ ਛਕੋ। ਇਹ ਹੁਣ ਸੰਜਮੀ ਸੀ, ਨੇਮੀ ਸੀ, ਵਰਤ ਰੱਖਦਾ ਸੀ, ਨਿਰਾਹਾਰ ਵੀ ਰਹਿੰਦਾ ਸੀ। ਸੋਚਣ ਲੱਗਾ ਵੀ ਮੈਨੂੰ ਆਪਣਾ ਨੇਮ ਤੋੜਨਾ ਪੈਣਾ ਹੈ, ਮੈਂ ਨੇਮ ਤੋੜ ਕੇ ਗੁਰੂ ਦੇ ਦਰਸ਼ਨ ਨਹੀਂ ਕਰ ਸਕਦਾ। ਦਰਵਾਜ਼ੇ ਤੋਂ ਹੀ ਵਾਪਸ ਮੁੜ ਆਇਆ। 2 ਕੋਹ ਦੀ ਵਾਟ ਗੋਇੰਦਵਾਲ ਸਾਹਿਬ ਤੋਂ ਤੈਅ ਕਰਕੇ ਰਾਤ ਨੂੰ ਸੁੱਤਾ ਹੈ। ਸੁੱਤੇ ਪਏ ਨੂੰ ਕਾਲਕਾ ਦੇ ਦਰਸ਼ਨ ਹੋਏ ਨੇ, ਜੋ ਬੜੇ ਭਿਆਨਕ ਤੇ ਵਿਕਰਾਲ ਰੂਪ 'ਚ ਆਈ ਹੈ। ਕਹਿਣ ਲੱਗਾ ਮੈਂ ਤਾਂ ਤੇਰਾ ਭਗਤ ਹਾਂ। ਕਹਿਣ ਲੱਗੀ ਤੂੰ ਮੇਰੀ ਭਗਤੀ ਕਰਕੇ ਹੀ ਤੈਨੂੰ ਇਹ ਫਲ ਮਿਲਿਆ ਸੀ ਵੀ ਪੂਰੇ ਗੁਰੂ ਦਾ ਤੈਨੂੰ ਮੇਲ ਮਿਲਿਆ, ਪਰ ਤੂੰ ਉਹਨਾਂ ਦੇ ਦਰਸ਼ਨ ਨਹੀਂ ਕਰਕੇ ਆਇਆ, ਵੇਮੁਖ ਮੁੜ ਕੇ ਆਇਆ, ਇਸ ਕਰਕੇ ਤੇਰੇ ਤੇ ਮੇਰੀ ਕਰੋਪੀ ਹੈ। ਜੇ ਤੈਨੂੰ ਮੁਕਤੀ ਚਾਹੀਦੀ ਹੈ, ਕਲਿਆਣ ਚਾਹੀਦੀ ਹੈ, ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰ। ਅਗਲਾ ਦਿਨ ਚੜ੍ਹਿਆ। ਰਾਤ ਨੂੰ ਸੁਪਨੇ ਵਿੱਚ ਜੋ ਵੇਖਿਆ ਸੀ, ਦਰਅਸਲ ਉਹ ਸੁਪਨਾ ਵੀ ਨਹੀਂ ਸੀ, ਪ੍ਰਤੱਖ ਹੀ ਖੇਡ ਸੀ। ਬੜਾ ਭੈ ਭੀਤ ਹੋ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਵਾਪਸ ਗੋਇੰਦਵਾਲ ਸਾਹਿਬ ਆਇਆ। ਫਿਰ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਵੀ ਛਕਿਆ, ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਮਹਾਰਾਜ ਜੀ ਨੇ ਪੁੱਛਿਆ ਹਾਂਜੀ ਕਿਵੇਂ ਆਉਣਾ ਹੋਇਆ। ਇਹਨੇ ਆਪਣੀ ਸਾਰੀ ਵਿਥਿਆ ਦੱਸੀ। ਫਿਰ ਇਹ ਵੀ ਬੇਨਤੀ ਕੀਤੀ ਮਹਾਰਾਜ ਰਾਤ ਨੂੰ ਦੇਵੀ ਮੇਰੇ ਤੇ ਬੜੀ ਗੁੱਸੇ ਸੀ, ਮੈਂ ਹੁਣ ਵੇਖਣਾ ਚਾਹੁੰਦਾ, ਉਹਦੇ ਦਰਸ਼ਨ ਕਰਨਾ ਚਾਹੁੰਦਾ ਵੀ ਹੁਣ ਮੇਰੇ ਤੇ ਖੁਸ਼ ਹੈ ਜਾਂ ਨਹੀਂ। ਸਤਿਗੁਰਾਂ ਨੇ ਭਾਈ ਬੱਲੂ ਨੂੰ ਆਖਿਆ ਭਾਈ ਬੱਲੂ ਜੀ ਜਾਓ ਚੁਬਾਰਾ ਸਾਹਿਬ ਲੈ ਜਾਓ ਇਹਨਾਂ ਨੂੰ। ਚੁਬਾਰਾ ਸਾਹਿਬ ਜਿਸ ਵੇਲੇ ਲੈ ਕੇ ਗਏ ਤੇ ਉੱਥੇ ਦੁਰਗਾ ਦੀ ਅਸ਼ਟਭੁਜੀ ਵਾਲੇ ਸਰੂਪ ਦੇ ਦਰਸ਼ਨ ਹੋਏ। ਪ੍ਰਤਾਪ ਇੰਨਾ ਜ਼ਿਆਦਾ ਸੀ ਵੀ ਝੱਲਿਆ ਨਹੀਂ ਗਿਆ, ਬੇਹੋਸ਼ ਹੋ ਕੇ ਡਿੱਗ ਪਿਆ। ਉੱਥੇ ਸੰਕੇਤ ਇਹ ਦਿੱਤਾ ਸੀ ਸਤਿਗੁਰਾਂ ਨੇ ਵੀ ਦੁਰਗਾ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੀ ਝਾੜੂ ਫੇਰਦੀ, ਇੱਥੇ ਹੀ ਰਹਿੰਦੀ ਹੈ, ਮਹਾਰਾਜ ਜੀ ਦੇ ਦਰਬਾਰ ਦੀ ਦਾਸੀ ਹੈ।
ਭਾਈ ਖੋਡਾ ਸੋਇਨੀ ਜੀ ਵਾਪਸ ਆਏ। ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਠੋਡੀ ਤੋਂ ਪਕੜ ਕੇ ਇਹਨੂੰ ਜਗਾਇਆ, ਹੋਸ਼ ਵਿੱਚ ਆਇਆ, ਚਰਨਾਂ ਤੇ ਨਮਸਕਾਰ ਕੀਤੀ। ਗੁਰਦੇਵ ਨੇ ਇਹਨੂੰ ਪ੍ਰਚਾਰਕ ਥਾਪਿਆ ਕਿ ਤੂੰ ਅੱਜ ਤੋਂ ਬਾਅਦ ਗੁਰੂ ਘਰ ਦਾ ਪ੍ਰਚਾਰਕ ਹੈ, ਤੇਰੀ ਸੰਗਤ ਕਰਨ ਵਾਲੇ ਵੀ ਤਰਨਗੇ, ਤੂੰ ਆਪ ਤਾਂ ਤਰਿਆ ਹੀ ਹੈ, ਜਿਹੜੇ ਤੇਰੀ ਸੰਗਤ ਕਰਨਗੇ ਉਹ ਵੀ ਤਰਨਗੇ। ਆਪ ਵੀ ਜਪਣਾ ਤੇ ਅੱਗੇ ਵੀ ਜਪਾਉਣਾ ਹੈ। ਗੁਰੂ ਘਰ ਦਾ ਜਿਹੜਾ ਇਹ ਸਿਧਾਂਤ ਹੈ ਜਪਣ ਤੇ ਆਪ ਜਪਣਾ ਤੇ ਅੱਗੇ ਜਪਾਉਣ ਦਾ, ਉਹ ਇਹਨੂੰ ਦ੍ਰਿੜ ਕਰਾ ਕੇ ਸਤਿਗੁਰਾਂ ਨੇ ਇਹਨੂੰ ਟੋਰਿਆ। ਜਦੋਂ ਕਿਤੇ ਸਮਾਂ ਸਬੱਬ ਬਣਦਾ ਹੈ, ਇਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਵੀ ਹਾਜ਼ਰ ਹੁੰਦਾ ਹੈ। ਇਹ ਕਥਾ ਆਪ ਜੀ ਨੇ ਕੱਲ ਦੇ ਪ੍ਰਕਰਣ 'ਚ ਸਰਵਣ ਕੀਤੀ ਸੀ। ਇੱਥੋਂ ਅੱਗੇ ਸਤਿਗੁਰਾਂ ਦਾ ਪ੍ਰਕਰਣ ਚੱਲ ਰਿਹਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜਿਮ ਗੋਂਦੇ ਗੁਰ ਅੰਗਦ ਪਾਸ, ਪੂਰਬ ਕਰੀ ਉਤੀ ਅਰਦਾਸ। ਖਾਲਸਾ ਜੀ, ਗੋਂਦੇ ਖੱਤਰੀ ਦਾ ਪ੍ਰਸੰਗ ਜੋ ਪਿੱਛੇ ਵੀ ਕਥਾ ਵਿੱਚ ਆ ਚੁੱਕਾ ਹੈ। ਇਹ ਗੋਂਦਾ ਖੱਤਰੀ ਗੋਇੰਦਵਾਲ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਹਦਾ ਮਾਲਕ ਸੀ ਤੇ ਨਗਰ ਵਸਾਣਾ ਚਾਹੁੰਦਾ ਸੀ ਇੱਥੇ, ਪਰ ਨਗਰ ਨਹੀਂ ਸੀ ਵਸਦਾ, ਭੂਤ ਪ੍ਰੇਤ ਨਗਰ ਨਹੀਂ ਸੀ ਵਸਣ ਦਿੰਦੇ। ਇਹਨੇ ਗੁਰੂ ਅੰਗਦ ਸਾਹਿਬ ਕੋਲ ਚਰਨਾਂ ਵਿੱਚ ਜਾ ਕੇ ਖਡੂਰ ਸਾਹਿਬ ਅਰਦਾਸ ਕੀਤੀ ਸੀ ਤੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੇ ਹੱਥ ਦੀ ਛੜੀ ਦੇ ਕੇ ਭੇਜਿਆ ਸੀ ਕਿ ਤੁਸੀਂ ਜਾ ਕੇ ਗੋਇੰਦਵਾਲ ਸਾਹਿਬ ਨਗਰ ਵਸਾਓ। ਜਿੱਥੇ ਛੜੀ ਲੈ ਕੇ ਜਾਓਗੇ, ਇਹਦੇ ਪ੍ਰਤਾਪ ਨੂੰ ਵੇਖ ਕੇ ਭੂਤ ਪ੍ਰੇਤ ਨੱਠ ਜਾਣਗੇ। ਉਹ ਗੋਂਦੇ ਦਾ ਪ੍ਰਸੰਗ ਜੋ ਪਿੱਛੇ ਆ ਚੁੱਕਾ ਹੈ, ਇਹਦੇ ਨਾਂ ਤੇ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਨਗਰ ਦਾ ਨਾਂ ਰੱਖਿਆ ਸੀ ਗੋਇੰਦਵਾਲ। ਇਹਦਾ ਨਾਂ ਗੋਂਦਾ ਸੀ ਤੇ ਗੋਂਦੇ ਦੇ ਨਾਂ ਤੋਂ ਇਹ ਨਗਰ ਦਾ ਨਾਂ ਗੋਇੰਦਵਾਲ ਸਾਹਿਬ ਸਤਿਗੁਰਾਂ ਨੇ ਰੱਖਿਆ ਸੀ। ਇਹ ਗੋਂਦਾ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਗੁਰੂ ਘਰ ਦਾ ਸੇਵਕ ਰਿਹਾ। ਗੁਰੂ ਘਰ ਤੋਂ ਕਦੇ ਬੇਮੁਖ ਨਹੀਂ ਹੋਇਆ ਗੋਂਦਾ ਖੱਤਰੀ। ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਰਦਾ ਰਿਹਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਘਰ ਦੀ ਸੇਵਾ ਕਰਦਾ ਰਿਹਾ। ਗੋਇੰਦਵਾਲ ਵਿਸਾਲ ਬਸਾਇਓ, ਸੋ ਗੁਰ ਕੇ ਅਨੁਸਾਰ ਰਾਇਓ। ਸਤਿਗੁਰੂ ਜੀ ਨੇ ਬੜਾ ਵੱਡਾ ਨਗਰ ਗੋਇੰਦਵਾਲ ਸਾਹਿਬ ਵਸਾਇਆ, ਜਿੱਥੇ ਸਰਬ ਜਾਤੀਆਂ ਸਰਬ ਧਰਮਾਂ ਦੇ ਲੋਕ ਆ ਕੇ ਵਸਦੇ ਨੇ, ਇੱਕ ਸਾਰ ਇੱਕ ਬਰਾਬਰ ਰਹਿੰਦੇ ਨੇ। ਬੜਾ ਸੁੰਦਰ ਨਗਰ ਸਤਿਗੁਰਾਂ ਦਾ ਗੋਇੰਦਵਾਲ ਸਾਹਿਬ ਵਸਿਆ ਹੋਇਆ ਹੈ। ਤੇ ਗੋਂਦਾ ਖੱਤਰੀ ਜਿਹੜਾ ਗੋਇੰਦਵਾਲ ਸਾਹਿਬ ਵਾਲੀ ਜਗ੍ਹਾ ਦਾ ਮਾਲਕ ਸੀ ਪਹਿਲਾਂ, ਬਾਅਦ 'ਚ ਜਗ੍ਹਾ ਹੀ ਇਹਨੇ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੀ ਸੀ ਵੀ ਤੁਸੀਂ ਇੱਥੇ ਨਗਰ ਵਸਾਓ। ਇਸ ਕਰਕੇ ਗੋਂਦਾ ਖੱਤਰੀ ਸਾਰੀ ਜ਼ਿੰਦਗੀ ਸਤਿਗੁਰਾਂ ਦੇ ਅਨੁਸਾਰ ਰਿਹਾ। ਕਦੇ ਵੀ ਸਤਿਗੁਰਾਂ ਦੇ ਬਰਖਿਲਾਫ ਇਹਨੇ ਬਗਾਵਤ ਨਹੀਂ ਕੀਤੀ। ਗੋਂਦਾ ਖੱਤਰੀ ਸਤਿਗੁਰੂ ਜੀ ਦੇ ਚਰਨਾਂ ਦੇ ਅਨੁਸਾਰ ਹੋ ਕੇ ਰਿਹਾ ਹੈ। ਆਰ ਬਲਾ ਤਿਸ ਪੂਰੀ ਭਈ, ਪ੍ਰਾਨ ਅੰਤ ਕਾਇਆ ਤਜ ਦੇ। ਆਖਰਕਾਰ ਅੰਤ ਦਾ ਸਮਾਂ ਹਰ ਇੱਕ ਦਾ ਆਉਂਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕਹਿ ਕਾਲ। ਜਿਹੜਾ ਉਪਜਿਆ ਹੈ ਉਹਦਾ ਵਿਨਾਸ਼ ਤਾਂ ਹੋਣਾ ਹੀ ਹੈ, ਭਾਵੇਂ ਕਿਹਦਾ ਵੀ ਸਰੀਰ ਹੋਵੇ। ਗੋਂਦੇ ਖੱਤਰੀ ਦੀ ਵੀ ਉਮਰ ਪੂਰੀ ਹੋ ਗਈ। ਗੋਇੰਦਵਾਲ ਸਾਹਿਬ ਜੀ ਮਹਾਰਾਜ ਜੀ ਦੇ ਬਚਨਾਂ ਨਾਲ ਰਹਿੰਦਾ ਸੀ। ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਸਾਰੀ ਜ਼ਿੰਦਗੀ ਰਿਹਾ, ਕਦੇ ਸਤਿਗੁਰਾਂ ਦੇ ਬਰਖਿਲਾਫ ਨਹੀਂ ਚੱਲਿਆ। ਆਖਰਕਾਰ ਇਹਦੀ ਉਮਰ ਪੂਰੀ ਹੋ ਗਈ ਤੇ ਸਰੀਰ ਇਹਨੇ ਤਿਆਗ ਦਿੱਤਾ। ਸਰੀਰ ਤਿਆਗ ਕੇ, ਦੇਹ ਤਿਆਗ ਕੇ ਚਲਾ ਗਿਆ। ਤਿਸ ਕੀ ਸੰਤਤ ਪਾਛੇ ਰਹੀ, ਤਿਨ ਮਤ ਗੁਰ ਅਨਸਰਨੀ ਨਹੀਂ। ਗੋਂਦੇ ਖੱਤਰੀ ਦੀ ਜਿਹੜੀ ਅੱਗੇ ਔਲਾਦ ਸੀ, ਆਪ ਤਾਂ ਇਹਨੇ ਕਦੇ ਗੁਰੂ ਘਰ ਦੇ ਬਰਖਿਲਾਫ ਨਹੀਂ ਗਿਆ। ਸਾਰੀ ਜ਼ਿੰਦਗੀ ਗੁਰੂ ਘਰ ਦੇ ਅਨੁਸਾਰ ਹੀ ਰਿਹਾ। ਇਹਦੇ ਮਰਨ ਦੀ ਦੇਰੀ ਸੀ ਵੀ ਇਹਦੀ ਜਿਹੜੀ ਔਲਾਦ ਸੀ ਨਾ ਗੋਂਦੇ ਖੱਤਰੀ ਦੀ, ਇਹਦੀ ਔਲਾਦ ਜਿਹੜੀ ਸੀ ਉਹ ਗੁਰੂ ਘਰ ਦੇ ਬਰਖਿਲਾਫ ਹੋ ਗਏ। ਜਿਹੜੇ ਗੋਂਦੇ ਖੱਤਰੀ ਦੀ ਅੱਗੋਂ ਔਲਾਦ ਸੀ, ਉਹਨਾਂ ਦੇ ਅੰਦਰ ਗੁਰੂ ਘਰ ਪ੍ਰਤੀ ਜਿਹੜੀ ਦਵੈਸ਼ ਦੀ ਬਿਰਤੀ, ਉਹ ਅੰਦਰ ਉਹਨਾਂ ਦੇ ਜਾਗ ਪਈ। ਚੌਧਰ ਤਾਮਰੇ ਇਮ ਜਾਣੇ, ਉਹਨਾਂ ਨੇ ਇਹ ਜਾਣਿਆ ਵੀ ਅਸੀਂ ਇਸ ਨਗਰ ਦੇ ਚੌਧਰੀ ਹਾਂ।
ਇਹ ਜਗ੍ਹਾ ਸਾਡੀ ਹੈ, ਸਾਡੇ ਬਾਪੂ ਨੇ ਗੁਰੂ ਘਰ ਨੂੰ ਦਿੱਤੀ ਸੀ, ਇਹਨਾਂ ਦੀ ਥੋੜੀ ਹੈ। ਉਹਨਾਂ ਦੇ ਮਨ ਦੇ ਵਿੱਚ ਇਦਾਂ ਦੀ ਮੈਂ ਦੀ ਬਿਰਤੀ ਆ ਗਈ ਵੀ ਜਗ੍ਹਾ ਤਾਂ ਸਾਡੀ ਹੈ, ਇਹ ਜਿਹੜੀ ਜ਼ਮੀਨ ਹੈ ਗੋਇੰਦਵਾਲ ਸਾਹਿਬ ਦੀ, ਇੱਥੋਂ ਦੀ ਚੌਧਰਤਾ ਜਿਹੜੀ ਆ ਉਹ ਸਾਡੇ ਕੋਲ ਹੈ। ਇਸ ਪੁਰ ਕੇ ਨਰ ਬਿਖੇ ਮਹਾਨੇ, ਇਸ ਨਗਰ ਦੇ ਵਿੱਚ ਜਿਹੜੇ ਲੋਕ ਰਹਿੰਦੇ ਹਨ, ਸਗਰੋ ਨਗਰ ਹਮਾਰੋ ਹੈ ਅਰ ਪੈ ਭੇਟ ਹਿਆਂ ਜੋਰੈ। ਇੱਥੇ ਜਿਹੜੇ ਸਾਰੇ ਲੋਕ ਰਹਿੰਦੇ ਨੇ ਨਗਰ ਦੇ ਵਿੱਚ, ਉਹਨਾਂ ਸਾਰਿਆਂ ਨੂੰ ਸਾਡੇ ਕੋਲ ਲਿਆ ਕੇ ਮਾਇਆ ਦੇਣੀ ਚਾਹੀਦੀ, ਟੈਕਸ ਦੇਣਾ ਚਾਹੀਦਾ, ਕਿਉਂਕਿ ਨਗਰ ਸਾਡਾ ਹੈ, ਜ਼ਮੀਨ ਸਾਡੀ ਹੈ। ਸਾਡੀ ਜ਼ਮੀਨ ਤੇ ਨਗਰ ਵਸਾਇਆ ਗਿਆ। ਜਦੋਂ ਇਹ ਨਗਰ ਵਸਾਇਆ ਉਦੋਂ ਸਾਡੇ ਪਿਤਾ ਭਾਈ ਗੋਂਦੇ ਨੇ ਖਰਚਾ ਵੀ ਬੜਾ ਕੀਤਾ ਸੀ, ਮਾਇਆ ਵੀ ਬੜੀ ਖਰਚੀ ਸੀ। ਇਸ ਕਰਕੇ ਸਾਡਾ ਇਸ ਨਗਰ ਤੇ ਹੱਕ ਹੈ, ਸਾਡੀ ਚੌਧਰਤਾ ਹੈ। ਇਸ ਨਗਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਾਡੇ ਕੋਲ ਮਾਇਆ ਦੇਣੀ ਚਾਹੀਦੀ ਹੈ, ਉਹਨਾਂ ਨੂੰ ਸਾਨੂੰ ਭੇਟਾ ਦੇਣੀ ਚਾਹੀਦੀ ਹੈ। ਅਰ ਪੈ ਭੇਟਿਆਂ ਜੋਰੈ ਸ਼੍ਰੀ ਗੁਰ ਕੇ ਘਰ ਹੈ ਵਿਸਾਲਾ, ਦੇਤ ਨਹੀਂ ਸੋ ਕੁਛ ਤਿਸ ਕਾਲਾ। ਉਹ ਜਿਹੜੇ ਲੋਕ ਨੇ ਉਹਨਾਂ ਨੂੰ ਸਾਡੇ ਕੋਲ ਭੇਟਾਵਾਂ ਦੇਣੀਆਂ ਚਾਹੀਦੀਆਂ ਨੇ ਵੀ ਉਹ ਸਾਡੇ ਨਗਰ ਵਿੱਚ ਰਹਿੰਦੇ ਨੇ, ਪਰ ਉਹ ਸਾਨੂੰ ਭੇਟਾ ਦੇਣ ਦੀ ਬਜਾਏ ਗੁਰੂ ਅਮਰਦਾਸ ਸਾਹਿਬ ਕੋਲ ਜਾਂਦੇ ਨੇ, ਉਹਨਾਂ ਦੇ ਦਰਬਾਰ ਵਿੱਚ ਜਾ ਕੇ ਉਹਨਾਂ ਨੂੰ ਭੇਟਾਵਾਂ ਅਰਪਦੇ ਨੇ, ਮਾਇਆ ਅਰਪਦੇ ਨੇ, ਹੋਰ ਅਨੇਕ ਪ੍ਰਕਾਰ ਦੀਆਂ ਵਸਤੂਆਂ ਪਦਾਰਥ ਜਿਹੜੇ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਾ ਕੇ ਭੇਟਾ ਵਿੱਚ ਜਾ ਕੇ ਅਰਪਣ ਕਰਦੇ ਨੇ। ਤੇ ਗੁਰੂ ਸਾਹਿਬ ਜੀ ਸਾਨੂੰ ਉਹਦੇ ਵਿੱਚੋਂ ਹਿੱਸਾ ਵੀ ਨਹੀਂ ਦਿੰਦੇ। ਜਾਂ ਹੋਵੇ ਨਾ ਗੁਰੂ ਜੀ ਸਾਨੂੰ ਹਿੱਸਾ ਦਿੰਦੇ ਹੋਣ, ਜਿਹੜੀ ਮਾਇਆ ਗੁਰੂ ਜੀ ਕੋਲ ਆਉਂਦੀ ਹੈ, ਜਿਹੜੀਆਂ ਭੇਟਾਵਾਂ ਗੁਰੂ ਜੀ ਕੋਲ ਆਉਂਦੀਆਂ ਨੇ, ਲੋਕ ਉਹਨਾਂ ਨੂੰ ਅਰਪਦੇ ਨੇ, ਉਸ ਭੇਟਾਵਾਂ ਦੇ ਵਿੱਚੋਂ ਗੁਰੂ ਜੀ ਨੂੰ ਸਾਨੂੰ ਹਿੱਸਾ ਦੇਣਾ ਚਾਹੀਦਾ। ਗੁਰੂ ਜੀ ਵੀ ਸਾਨੂੰ ਉਹਦੇ ਵਿੱਚੋਂ ਕੋਈ ਹਿੱਸਾ ਨਹੀਂ ਦਿੰਦੇ, ਕੋਈ ਪਦਾਰਥ ਨਹੀਂ ਦਿੰਦੇ। ਆਵਤ ਇਨਕੋ ਦਰਬ ਬਡੇਰੇ ਚਲੇ ਦੇਗ ਨਰ ਅਚੇ ਗਨੇਰੇ। ਗੁਰੂ ਜੀ ਦੇ ਕੋਲ ਬੜੀ ਮਾਇਆ ਆਉਂਦੀ ਹੈ, ਦੂਰੋਂ ਦਰੇਡਿਓਂ ਲੋਕ ਆ ਕੇ ਉਹਨਾਂ ਨੂੰ ਮਾਇਆ ਅਰਦਾਸ ਕਰਾਉਂਦੇ ਨੇ, ਭੇਟਾਵਾਂ ਭੇਟ ਕਰਦੇ ਨੇ। ਗੁਰੂ ਕੇ ਲੰਗਰ ਵੀ ਬੜੇ ਖੁੱਲੇ ਚੱਲ ਰਹੇ ਨੇ, ਦੇਗਾਂ ਦੇ ਵਿੱਚ ਕਿਸੇ ਚੀਜ਼ ਦੀ ਕਮੀ ਕੋਈ ਨਹੀਂ। ਸੈਂਕੜੇ ਬੰਦੇ ਗੁਰੂ ਕੇ ਲੰਗਰਾਂ ਦੇ ਵਿੱਚ ਆ ਕੇ ਲੰਗਰ ਛਕਦੇ ਨੇ, ਲੰਗਰ ਉਹਨਾਂ ਦੇ ਬੜੇ ਚੱਲ ਰਹੇ ਨੇ। ਉਹਨਾਂ ਨੂੰ ਸਾਨੂੰ ਹਿੱਸਾ ਦੇਣਾ ਚਾਹੀਦਾ, ਪਰ ਉਹ ਸਾਨੂੰ ਆਪਣੀ ਮਾਇਆ ਦੇ ਵਿੱਚੋਂ ਕਿਸੇ ਪ੍ਰਕਾਰ ਦਾ ਕੋਈ ਹਿੱਸਾ ਨਹੀਂ ਦਿੰਦੇ, ਕਿਸੇ ਪ੍ਰਕਾਰ ਦਾ ਕੋਈ ਭਾਗ ਨਹੀਂ ਦਿੰਦੇ। ਉਚਿਤ ਅਬੈ ਇਨ ਤੇ ਧਨ ਲੀਜੈ ਹੱਕ ਚੌਧਰਤਾ ਕੋ ਕਹਿ ਦੀਜੈ। ਗੋਂਦੇ ਖੱਤਰੀ ਦੀ ਇਸ ਔਲਾਦ ਨੇ ਇਹ ਵਿਚਾਰ ਕੀਤੀ, ਆਪਸ ਵਿੱਚ ਇਹ ਵਿਚਾਰਾਂ ਕਰਦੇ, ਕਹਿੰਦੇ ਵੀ ਹੁਣ ਸਾਡਾ ਹੱਕ ਹੈ ਇਹਨਾਂ ਦੀ ਮਾਇਆ ਤੇ, ਜਿਹੜੀ ਮਾਇਆ ਗੁਰੂ ਘਰ ਵਿੱਚ ਆਉਂਦੀ ਉਹਦੇ ਤੇ ਸਾਡਾ ਵੀ ਹੱਕ ਹੈ, ਕਿਉਂਕਿ ਅਸੀਂ ਤਾਂ ਇਸ ਨਗਰ ਦੇ ਚੌਧਰੀ ਹਾਂ, ਅਸੀਂ ਇਸ ਨਗਰ ਦੇ ਮਾਲਕ ਹਾਂ, ਸਾਡੀ ਇਹ ਜਗ੍ਹਾ ਹੈ, ਸਾਡੇ ਵਡੇਰਿਆਂ ਦੀ ਇਹ ਥਾਂ ਹੈ। ਤੇ ਗੁਰੂ ਜੀ ਦੀ ਜਿਹੜੀ ਮਾਇਆ ਗੁਰੂ ਜੀ ਕੋਲ ਉਤਰਦੀ ਹੈ, ਉਸ ਮਾਇਆ ਦੇ ਉੱਤੇ ਸਾਡਾ ਵੀ ਹੱਕ ਹੈ, ਉਹਦੇ ਤੇ ਸਾਡਾ ਵੀ ਹੱਕ ਬਣਦਾ ਹੈ। ਪ੍ਰਥਮ ਆਮਦਨ ਧਨ ਕੀ ਥੋਰੀ ਅਬ ਚੋਂ ਦਿਸ਼ਤੇ ਆਏ ਅਕੋਰੀ। ਚਲੋ ਪਹਿਲਾਂ ਸਾਡੇ ਪਿਤਾ ਜੀ ਨੇ ਉਹਨਾਂ ਕੋਲੋਂ ਕਦੇ ਕੋਈ ਹਿੱਸਾ ਨਹੀਂ ਮੰਗਿਆ। ਉਹਦਾ ਕਾਰਨ ਇਹ ਸੀ ਵੀ ਪਹਿਲਾਂ ਆਮਦਨ ਥੋੜੀ ਸੀ, ਪਹਿਲਾਂ ਮਾਇਆ ਥੋੜੀ ਆਉਂਦੀ ਸੀ, ਪਰ ਹੁਣ ਤਾਂ ਉੱਥੇ ਕਮੀ ਕੋਈ ਨਹੀਂ ਗੁਰੂ ਘਰ ਵਿੱਚ। ਹੁਣ ਤਾਂ ਚਾਰਾਂ ਦਿਸ਼ਾਵਾਂ ਚੋਂ ਮਾਇਆ ਆਉਂਦੀ ਉਹਨਾਂ ਨੂੰ, ਚਾਰਾਂ ਦਿਸ਼ਾਵਾਂ ਵਿੱਚੋਂ ਭੇਟਾਵਾਂ ਆਉਂਦੀਆਂ ਨੇ, ਕੋਈ ਕਿੱਧਰੋਂ ਆ ਰਿਹਾ ਹੈ, ਕੋਈ ਕਿੱਥੋਂ ਆ ਰਿਹਾ ਹੈ। ਹੁਣ ਤਾਂ ਉਹਨਾਂ ਦੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਰਹੀ। ਮਤ ਮਲੀਨ ਮਿਥਿਆ ਅਭਮਾਨੀ ਨਿਕਟ ਗੁਰੂ ਨੇ ਮਹਿਮਾ ਜਾਨੀ। ਖਾਲਸਾ ਜੀ ਇਹਨਾਂ ਦੀ ਮਤ ਤੇ ਇਸ ਤਰ੍ਹਾਂ ਦਾ ਪਰਦਾ ਪੈ ਗਿਆ ਤੇ ਏਦਾਂ ਦੀਆਂ ਸੋਚਾਂ ਸੋਚਣ ਲੱਗ ਪਏ। ਮਾੜੀ ਮਤ ਹੈ ਨਾ, ਮਲੀਨ ਮਤ, ਤੇ ਮਲੀਨ ਮਤ ਦੇ ਵਿੱਚ ਇਹਨਾਂ ਦੇ ਮਨ 'ਚ ਮਿਥਿਆ ਅਭਿਮਾਨ ਆ ਗਿਆ ਵੀ ਇਹ ਜ਼ਮੀਨ ਸਾਡੀ ਹੈ, ਇਹ ਨਗਰ ਸਾਡੀ ਥਾਂ ਤੇ ਵਸਿਆ। ਗੁਰੂ ਜੀ ਦੇ ਕੋਲ ਜਿਹੜੀ ਮਾਇਆ ਆਉਂਦੀ ਉਹਦੇ ਤੇ ਸਾਡਾ ਵੀ ਹੱਕ ਬਣਦਾ ਹੈ, ਸਾਨੂੰ ਵੀ ਉਹਦੇ ਵਿੱਚੋਂ ਹਿੱਸਾ ਮਿਲਣਾ ਚਾਹੀਦਾ। ਏਦਾਂ ਦੀ ਝੂਠ ਬਿਰਤੀ ਵਾਲੀ ਜਿਹੜੀ ਅਭਿਮਾਨ ਬਿਰਤੀ ਉਹ ਇਹਨਾਂ ਵਿੱਚ ਆ ਗਈ। ਸਤਿਗੁਰਾਂ ਦੇ ਕੋਲ ਰਹਿੰਦੇ ਨੇ, ਪਰ ਕੋਲ ਰਹਿ ਕੇ ਵੀ ਗੁਰੂ ਸਾਹਿਬ ਦੀ ਮਹਿਮਾ ਨਹੀਂ ਜਾਣ ਸਕੇ। ਸਤਿਗੁਰਾਂ ਦੇ ਕੋਲ ਰਹਿ ਕੇ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਨਹੀਂ ਜਾਣ ਸਕੇ। ਤੀਰਥ ਬਾਸੀ ਜਿਮ ਨਰ ਹੋਵੇ ਨਹੀਂ ਮਹਾਤਮ ਤਿਨ ਕੋ ਜੋਵੈ। ਜਿਹੜੇ ਤੀਰਥ ਵਾਸੀ ਹੁੰਦੇ ਨੇ, ਤੀਰਥਾਂ ਦੇ ਉੱਤੇ ਹੀ ਰਹਿੰਦੇ ਨੇ,
ਉਹਨਾਂ ਦੀ ਵੀ ਇਹ ਹਾਲਤ ਹੁੰਦੀ। ਬਾਹਰੋਂ ਤਾਂ ਲੋਕ ਆ ਕੇ ਉੱਥੇ ਇਸ਼ਨਾਨ ਕਰਦੇ ਨੇ ਤੀਰਥਾਂ ਤੇ, ਪਰ ਜਿਹੜੇ ਉਹਨਾਂ ਤੀਰਥਾਂ ਦੇ ਉੱਤੇ ਰਹਿਣ ਵਾਲੇ ਲੋਕ ਨੇ ਉਹ ਨਹੀਂ ਉਹਨਾਂ ਤੀਰਥਾਂ ਦੀ ਮਹਿਮਾ ਜਾਣਦੇ। ਜਿਹੜੇ ਗੰਗਾ ਦੇ ਕਿਨਾਰੇ ਤੇ ਰਹਿੰਦੇ ਨੇ, ਹਰ ਵੇਲੇ ਉਹਨਾਂ ਦੇ ਮਕਾਨ ਹੀ ਗੰਗਾ ਦੇ ਕਿਨਾਰੇ ਤੇ ਬਣੇ ਹੋਏ ਨੇ, ਉਹਨਾਂ 'ਚ ਕਿਹੜਾ ਸਾਰੇ ਜਿਹੜੇ ਨੇ ਜਾ ਕੇ ਗੰਗਾ 'ਚ ਰੋਜ਼ ਇਸ਼ਨਾਨ ਕਰਦੇ ਹੋਣਗੇ। ਉਹਨਾਂ ਨੂੰ ਮਹਿਮਾ ਦਾ ਨਹੀਂ ਪਤਾ। ਜਿਹੜੇ ਤੀਰਥਾਂ ਦੇ ਉੱਤੇ ਰਹਿੰਦੇ ਨੇ ਨਾ, ਉਹ ਹਮੇਸ਼ਾ ਤੀਰਥਾਂ ਦੀ ਮਹਿਮਾ ਨੂੰ ਨਹੀਂ ਜਾਣਦੇ, ਉਹ ਤੀਰਥਾਂ ਦੇ ਮਹਾਤਮ ਨੂੰ ਨਹੀਂ ਜਾਣਦੇ। ਨੈ ਸ਼ਰਦਾ ਸੋ ਦੇਸ਼ ਨਾਨੈ, ਨਿਸਤਿਨ ਮੂਡ ਅਵਗਿਆ ਠਾਨੈ। ਉਹਨਾਂ ਅੰਦਰ ਸ਼ਰਧਾ ਨਹੀਂ ਹੁੰਦੀ, ਭਾਵਨਾ ਨਹੀਂ ਹੁੰਦੀ ਉਸ ਤੀਰਥ ਪ੍ਰਤੀ। ਜੇ ਤੀਰਥ ਦੇ ਕੰਢੇ ਤੇ ਵੀ ਰਹਿਣ ਤੇ ਤੀਰਥਾਂ ਦੀ ਮਹਿਮਾ ਨੂੰ ਨਹੀਂ ਉਹ ਜਾਣਦੇ, ਮੂਰਖ ਅਭਿਮਾਨੀ ਹੁੰਦੇ ਨੇ। ਸਗੋਂ ਰਾਤ ਦਿਨ ਮੂਰਖ ਉਹਨਾਂ ਤੀਰਥਾਂ ਦੀ ਬੇਅਦਬੀ ਕਰਦੇ ਨੇ। ਕੋਈ ਗੰਗਾ ਦੇ ਕੰਢੇ ਤੇ ਜੇ ਘਰ ਬਣਾ ਕੇ ਰਹਿੰਦਾ ਤੇ ਉਹ ਗੰਗਾ ਦੇ ਮਹਾਤਮ ਨੂੰ ਥੋੜੀ ਜਾਣਦਾ ਵੀ ਗੰਗਾ ਬੜੀ ਪਵਿੱਤਰ ਹੈ, ਸਗੋਂ ਉਸ ਗੰਗਾ ਦੀ ਬੇਅਦਬੀ ਕਰਦੇ। ਸਰੀਰ ਦਾ ਮੈਲਾ ਪਾਣੀ ਉਸ ਗੰਗਾ ਦੇ ਪਾਣੀ ਦੇ ਵਿੱਚ ਸੁੱਟਣਗੇ, ਗੰਦਗੀ ਪਾਣੀ ਵਿੱਚ ਸੁੱਟਣਗੇ। ਉਹਨਾਂ ਨੂੰ ਤੀਰਥ ਦੀ ਮਹਿਮਾ ਦਾ ਹੀ ਨਹੀਂ ਪਤਾ ਹੁੰਦਾ, ਉਹ ਤੀਰਥ ਦੇ ਮਹਾਤਮ ਨੂੰ ਨਹੀਂ ਜਾਣਦੇ। ਜਿਹੜੇ ਤੀਰਥਾਂ ਦੇ ਕੰਢਿਆਂ ਤੇ ਰਹਿੰਦੇ ਨੇ ਉਹ ਮੂਰਖ ਤੀਰਥਾਂ ਦਾ ਸਗੋਂ ਅਪਮਾਨ ਕਰਦੇ ਨੇ, ਤੀਰਥਾਂ ਦਾ ਅਨਾਦਰ ਕਰਦੇ ਨੇ। ਜਾਹੇ ਦੂਰ ਤੇ ਸਾਦਰ ਮੱਜੈ, ਸੋ ਫਲ ਪ੍ਰਾਪਤ ਕਲਮਲ ਭਜੈ। ਪਰ ਜਿਹੜੇ ਲੋਕ ਬਾਹਰੋਂ ਦੂਰੋਂ ਜਾਂਦੇ ਨੇ ਉਹਨਾਂ ਤੀਰਥਾਂ ਤੇ, ਉਹ ਬੜੇ ਸਤਿਕਾਰ ਨਾਲ ਉਹਨਾਂ ਤੀਰਥਾਂ ਵਿੱਚ ਇਸ਼ਨਾਨ ਕਰਦੇ ਨੇ। ਜਿਹੜੇ ਦੂਰੋਂ ਆਉਂਦੇ ਨੇ ਨਾ ਉਹਨਾਂ ਤੀਰਥਾਂ ਤੇ, ਉਹਨਾਂ ਤੀਰਥਾਂ ਤੇ ਆ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਆ ਕੇ ਇਸ਼ਨਾਨ ਕਰਦੇ ਨੇ, ਸ਼ਰਧਾ ਨਾਲ, ਭਾਵਨਾ ਨਾਲ ਆ ਕੇ ਇਸ਼ਨਾਨ ਕਰਦੇ ਨੇ। ਉਹਨਾਂ ਨੂੰ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹਨਾਂ ਦੇ ਜਿਹੜੇ ਕੀਤੇ ਹੋਏ ਕਲਮਲ ਪਾਪ ਨੇ ਉਹ ਵੀ ਨਸ਼ਟ ਹੁੰਦੇ ਨੇ। ਤੀਰਥ ਵਿੱਚ ਇਸ਼ਨਾਨ ਕਰਕੇ ਉਹਨਾਂ ਦੇ ਪਾਪ ਦਗਧ ਹੁੰਦੇ ਨੇ। ਤਿਮ ਏ ਮੂਰਖ ਹਿਰਦੇ ਮਲੀਨੇ, ਗੁਰੂ ਮਹਾਤਮ ਨੇ ਮਨ ਚੀਨੇ। ਇਦਾਂ ਹੀ ਇਹ ਜਿਹੜੇ ਮੂਰਖ ਨੇ, ਗੋਂਦੇ ਖੱਤਰੀ ਦੀ ਔਲਾਦ ਜਿਹੜੀ ਹੈ, ਮਰਵਾਏ ਖੱਤਰੀ ਸਨ, ਇਹਨਾਂ ਦੀ ਜਿਹੜੀ ਗੋਂਦੇ ਖੱਤਰੀ ਦੀ ਔਲਾਦ ਇਹ ਵੀ ਮੂਰਖ ਮੈਲੀ ਮੱਤ ਵਾਲੇ, ਚਾਹੇ ਸਤਿਗੁਰਾਂ ਦੇ ਬਿਲਕੁਲ ਕੋਲ ਰਹਿੰਦੇ ਨੇ, ਗੁਰੂ ਕੀ ਨਗਰੀ 'ਚ ਰਹਿੰਦੇ ਨੇ, ਪਰ ਸਤਿਗੁਰਾਂ ਦਾ ਮਹਾਤਮ ਨਹੀਂ ਜਾਣਦੇ। ਜਿਵੇਂ ਤੀਰਥਾਂ ਦੇ ਉੱਤੇ ਰਹਿਣ ਵਾਲੇ ਤੀਰਥਾਂ ਦਾ ਮਹਾਤਮ ਨਹੀਂ ਸਮਝਦੇ, ਦੂਰੋਂ ਲੋਕ ਆ ਕੇ ਉਹਨਾਂ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਪਰ ਉਹਨਾਂ ਨੇ ਕਦੇ ਹੀ ਕਦੇ ਇਸ਼ਨਾਨ ਕੀਤਾ ਹੋਵੇ ਤਾਂ ਹੋਵੇ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਇਹ ਮਲੀਨ ਮੱਤ ਵਾਲੇ ਗੋਂਦੇ ਖੱਤਰੀ ਦੀ ਜਿਹੜੀ ਔਲਾਦ ਹੈ, ਇਹ ਜਿਹੜੀ ਔਲਾਦ ਹੈ ਇਹਦੀ ਗੋਂਦੇ ਖੱਤਰੀ ਦੇ ਬੱਚੇ ਨੇ, ਗੁਰੂ ਸਾਹਿਬ ਜੀ ਦੀ ਮਹਿਮਾ ਨਹੀਂ ਜਾਣਦੇ, ਮੂਰਖ ਮੱਤ ਵਾਲੇ ਨੇ, ਮਲੀਨ ਹਿਰਦੇ ਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਤਮ ਨਹੀਂ ਇਹਨਾਂ ਨੂੰ ਪਤਾ ਕਿ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿੱਡੀਆਂ ਵੱਡੀਆਂ ਬਰਕਤਾਂ ਦੇ ਦਾਤੇ ਨੇ, ਉਹ ਦੀਨ ਦੁਨੀਆ ਦੇ ਮਾਲਕ ਨੇ, ਸਰਬੱਗ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਉਹ ਨਹੀਂ ਜਾਣਦੇ। ਲਗੇ ਅਵਗਿਆ ਕਰਨ ਕੁਢਾਲੀ, ਹੰਕਾਰੀ ਦੁਰਮਤੀ ਕੁਚਾਲੇ। ਸਗੋਂ ਘੁਟਾਲੀ ਭੈੜੇ ਤਰੀਕੇ ਨਾਲ ਸਤਿਗੁਰਾਂ ਦੀ ਅਵਗਿਆ ਕਰਨ ਲੱਗੇ। ਉਹ ਜਿਹੜੇ ਗੋਂਦੇ ਦੀ ਔਲਾਦ ਸੀ, ਮਰਵਾਏ ਖੱਤਰੀ ਸੀ, ਇੱਕ ਤਪੇ ਦੇ ਚੜਾਏ ਹੋਏ ਸਨ। ਜਿਹੜਾ ਤਪਾ ਗੁਰੂ ਘਰ ਦਾ ਦੋਖੀ ਸੀ, ਗੋਇੰਦਵਾਲ ਸਾਹਿਬ 'ਚ ਰਹਿੰਦਾ ਸੀ, ਇਹ ਸਾਰੇ ਉਹਦੇ ਚੇਲੇ ਵੀ ਸਨ। ਉਹਨਾਂ ਵਿੱਚੋਂ ਇਹ ਜਿਹੜੇ ਸਨ ਮਰਵਾਏ ਖੱਤਰੀ, ਇਹਨਾਂ ਦੇ ਮਨ ਦੇ ਵਿੱਚ ਹੰਕਾਰ, ਭੈੜੀ ਮੱਤ ਤੇ ਭੈੜਾ ਚਾਲ ਚੱਲਣਾ ਇਹਨਾਂ ਦਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਅਵਗਿਆ ਕਰਨ ਲੱਗੇ। ਸਤਿਗੁਰ ਨਿਕਟ ਜਾਏ ਕਰ ਬੈਸੇ, ਤਰੇ ਲੋਭ ਬੋਲੇ ਤਬ ਐਸੇ। ਗੋਂਦੇ ਦੀ ਜਿੰਨੀ ਇਹ ਔਲਾਦ ਸੀ, ਪਰਿਵਾਰ ਸੀ, ਇਕੱਠੇ ਹੋ ਕੇ ਨਾ ਇਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲ ਆ ਗਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬੈਠ ਗਏ, ਤੇ ਬੈਠ ਕੇ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਨੂੰ ਕੋਈ ਨਮਸਕਾਰ ਨਹੀਂ ਕੀਤੀ, ਸਗੋਂ ਸਤਿਕਾਰ ਨਹੀਂ ਕੀਤਾ ਸਤਿਗੁਰਾਂ ਦਾ, ਤੇ ਬੜੇ ਲੋਭ ਦੀ ਬਿਰਤੀ, ਲਾਲਚ ਦੀ ਬਿਰਤੀ ਆਪਣੇ ਹਿਰਦੇ 'ਚ ਧਾਰਨ ਕਰਕੇ ਬੈਠੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਅਮਰੇ ਨਗਰ ਬਾਸ ਜੇ ਕੀਜੈ, ਕੁਛ ਸਿਰਦਾਰੀ ਕੋ ਹਮ ਦੀਜੈ। ਇਹ ਬੋਲੇ ਸਤਿਗੁਰਾਂ ਨੂੰ ਕਹਿਣ ਲੱਗੇ, ਗੁਰੂ ਜੀ ਤੁਸੀਂ ਸਾਡੇ ਨਗਰ 'ਚ ਰਹਿੰਦੇ ਹੋ, ਸਾਡਾ ਨਗਰ ਹੈ। ਹਾਲਾਂਕਿ ਇਸ ਨਗਰ ਤੇ ਇਹਨਾਂ ਦਾ ਕੀ ਹੱਕ, ਹੁਣ ਗੁਰੂ ਸਾਹਿਬ ਨੇ ਵਸਾਇਆ, ਸਤਿਗੁਰੂ ਸੱਚੇ ਪਾਤਸ਼ਾਹ ਨੇ ਨਗਰ ਦਾ ਵਿਸਥਾਰ ਕੀਤਾ, ਗੁਰੂ ਕੀ ਸਿੱਖੀ ਇੱਥੇ ਵਧੀ ਫੁੱਲੀ ਹੈ। ਤੇ ਕਹਿਣ ਲੱਗੇ ਜੀ ਇਹ ਸਾਡਾ ਨਗਰ ਹੈ, ਤੁਸੀਂ ਸਾਡੇ ਨਗਰ 'ਚ ਰਹਿੰਦੇ ਹੋ। ਜੇ ਤੁਸੀਂ ਸਾਡੇ ਨਗਰ ਵਿੱਚ ਰਹਿੰਦੇ ਹੋ ਤੇ ਤੁਹਾਨੂੰ ਚਾਹੀਦਾ ਵੀ ਕੁਝ ਸਰਦਾਰੀ ਸਾਨੂੰ ਵੀ ਦੇਣੀ ਚਾਹੀਦੀ ਹੈ। ਤੁਹਾਨੂੰ ਸਰਦਾਰੀ ਦਾ ਮਤਲਬ ਹੈ ਵੀ ਕੁਝ ਮਾਇਆ, ਕੁਝ ਹਿੱਸਾ
ਉਹ ਤੁਹਾਨੂੰ ਜਿਹੜਾ ਲੋਕਾਂ ਕੋਲੋਂ ਤੁਸੀਂ ਲੈਂਦੇ ਹੋ, ਉਹਦੇ ਵਿੱਚੋਂ ਸਾਨੂੰ ਵੀ ਕੁਝ ਹਿੱਸਾ ਜਿਹੜਾ ਸਰਦਾਰੀ ਦਾ ਉਹ ਤੁਹਾਨੂੰ ਦੇਣਾ ਚਾਹੀਦਾ ਹੈ। ਅਪਰ ਸਰਬੀ ਮਾਨੈ ਆਨ, ਯਥਾ ਯੋਗ ਦੇਵੇਂ ਘਰ ਆਨ। ਤੁਹਾਡੀ ਆਨ ਸਾਰੇ ਲੋਕ ਮੰਨਦੇ ਨੇ, ਯਥਾ ਯੋਗ ਲੋਕ ਆ ਕੇ ਤੁਹਾਡੇ ਚਰਨਾਂ ਵਿੱਚ ਮਾਇਆ ਅਰਪਦੇ ਨੇ, ਭੇਟਾਵਾਂ ਅਰਪਦੇ ਨੇ, ਪਦਾਰਥ ਅਰਪਦੇ ਨੇ, ਕੋਈ ਵਸਤਰ ਅਰਪਣ ਕਰ ਰਿਹਾ ਹੈ, ਕੋਈ ਕੁਝ ਅਰਪਣ ਕਰ ਰਿਹਾ ਹੈ। ਤੁਹਾਡੇ ਕੋਲ ਇੱਥੇ ਕਿਸੇ ਸ਼ੈ ਦੀ, ਕਿਸੇ ਚੀਜ਼ ਦੀ ਕਮੀ ਨਹੀਂ। ਇੱਥੇ ਜੋ ਕੁਝ ਤੁਹਾਡੇ ਕੋਲ ਆਉਂਦਾ ਹੈ ਉਹਦੇ ਵਿੱਚੋਂ ਕੁਝ ਸਰਦਾਰੀ, ਕੁਝ ਹਿੱਸਾ ਜਿਹੜਾ ਹੈ ਉਹ ਸਾਨੂੰ ਵੀ ਮਿਲਣਾ ਚਾਹੀਦਾ, ਕਿਉਂਕਿ ਇਹ ਸਾਡਾ ਨਗਰ ਹੈ। ਸਾਡੇ ਨਗਰ ਦੇ ਵਿੱਚ ਤੁਸੀਂ ਨਿਵਾਸ ਕਰਕੇ ਰਹਿ ਰਹੇ ਹੋ। ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਕੋਲੋਂ ਕਰ ਲੈਣਾ, ਉਹਨਾਂ ਕੋਲੋਂ ਟੈਕਸ ਵਸੂਲਣਾ, ਇਹ ਸਾਡਾ ਹੱਕ ਬਣਦਾ ਹੈ। ਬਹੁ ਸੰਮਤ ਬੀਤੇ ਤੁਮਰੇ, ਅਨਕ ਉਪਾਇਨ ਜਗ ਤੇ ਲਹੇ। ਤੁਹਾਨੂੰ ਕਈ ਸਾਲ ਹੋ ਗਏ ਨੇ ਇੱਥੇ ਰਹਿੰਦੇ, ਅਸੀਂ ਅੱਜ ਤੱਕ ਕਦੇ ਗੱਲ ਨਹੀਂ ਛੇੜੀ, ਪਰ ਤੁਸੀਂ ਵੀ ਇਹ ਨਹੀਂ ਆਖਿਆ ਵੀ ਚਲੋ ਜੇ ਗੋਂਦੇ ਦੀ ਜ਼ਮੀਨ ਹੈ ਤੇ ਉਹਨੂੰ ਕੁਝ ਦੇਣਾ ਚਾਹੀਦਾ। ਤੁਸੀਂ ਕੁਝ ਦੇਣ ਦੀ ਬਜਾਏ, ਸਾਨੂੰ ਭੇਟਾਵਾਂ ਦੇਣ ਦੀ ਬਜਾਏ ਕਦੇ ਸਾਨੂੰ ਪੁੱਛਿਆ ਤੱਕ ਨਹੀਂ। ਤੁਹਾਨੂੰ ਬਹੁਤ ਸਾਲ ਇਸ ਨਗਰ ਦੇ ਵਿੱਚ ਰਹਿੰਦਿਆਂ ਹੋ ਗਏ ਨੇ ਤੇ ਬਹੁਤ ਸਾਰੇ ਲੋਕ ਆ ਕੇ ਤੁਹਾਡੇ ਕੋਲ ਉਪਾਇਨਾ, ਭੇਟਾਵਾਂ ਭੇਟ ਕਰਦੇ ਨੇ। ਪੂਰਬ ਅਲਪੂਤੀ ਗੁਜਰਾਨ, ਅਬ ਮਾਨੈ ਬੋ ਆਨ ਜਾਨ। ਚਲੋ ਪਹਿਲਾਂ ਤੁਹਾਡੀ ਗੁਜਰਾਨ ਅਲਪ ਚੱਲਦੀ ਸੀ, ਅਸੀਂ ਵੀ ਵੇਖਦੇ ਸੀ ਵੀ ਲੋਕ ਘੱਟ ਆਉਂਦੇ ਜਾਂਦੇ ਸੀ। ਪਹਿਲਾਂ ਦੀ ਗੱਲ ਹੋਰ ਹੈ, ਜਦੋਂ ਇਹ ਨਗਰ ਨਵਾਂ ਵਸਿਆ ਉਦੋਂ ਲੋਕ ਤੁਹਾਡੇ ਕੋਲ ਘੱਟ ਆਉਂਦੇ ਜਾਂਦੇ ਸਨ, ਪਰ ਹੁਣ ਤਾਂ ਕੋਈ ਕਮੀ ਨਹੀਂ ਰਹੀ। ਹੁਣ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ। ਬਹੁਤ ਸਾਰਾ ਜਹਾਨ ਜਿਹੜਾ ਹੈ ਉਹ ਆ ਕੇ ਤੁਹਾਡੀ ਪੂਜਾ ਕਰਦਾ, ਤੁਹਾਨੂੰ ਮੰਨਦਾ ਹੈ। ਮਤ ਮੰਦਨ ਤੇ ਸੁਨ ਗਤ ਦਾਨੀ, ਸਹਿਜ ਸੁਭਾਇਕ ਬੋਲੇ ਬਾਨੀ। ਇਹ ਮਾੜੀ ਮੱਤ ਵਾਲਿਆਂ ਦੀ ਬਾਣੀ ਸਤਿਗੁਰੂ ਜੀ ਨੇ ਸੁਣੀ, ਇਹਨਾਂ ਦੀ ਗੱਲ ਸੁਣੀ ਗੁਰੂ ਅਮਰਦਾਸ ਸਾਹਿਬ ਨੇ ਵੀ ਇਹਨਾਂ ਦੀ ਮੱਤ ਤੇ ਅਕਲ ਤੇ ਪਰਦਾ ਪਿਆ ਹੋਇਆ, ਗੁਰੂ ਘਰ ਦੇ ਵਿੱਚੋਂ ਆ ਕੇ ਹਿੱਸਾ ਲੈਣਾ ਚਾਹੁੰਦੇ। ਗਰੀਬ ਨਵਾਜ ਦਇਆਨੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਾ ਮਾੜੀ ਮੱਤ ਵਾਲਿਆਂ ਦੀ ਹਾਲਤ ਵੇਖੀ ਤੇ ਸਹਿਜ ਸੁਭਾਏ ਸੁਤੇ ਸਿੱਧ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਇਹਨਾਂ ਨੂੰ ਕਹਿਣ ਲੱਗੇ, ਲੰਗਰ ਬਿਖੈ ਗਮਨ ਕਰ ਜਾਓ, ਜਿਤੋ ਅੰਨ ਚਾਹੋ ਤੈ ਪਾਓ। ਬਾਦਸ਼ਾਹ ਕਹਿੰਦੇ ਵੀ ਰੋਟੀਆਂ ਹੀ ਖਾਣੀਆਂ ਨੇ ਨਾ, ਤੁਸੀਂ ਪ੍ਰਸ਼ਾਦਾ ਹੀ ਛਕਣਾ। ਜੇ ਪ੍ਰਸ਼ਾਦਾ ਛਕਣਾ ਤੇ ਜਾਓ ਲੰਗਰ ਵਿੱਚ ਚਲੇ ਜਾਓ, ਉੱਥੇ ਜਾ ਕੇ ਜੋ ਪ੍ਰਸ਼ਾਦਾ ਛਕਣਾ ਛਕ ਲਓ, ਜਿੰਨਾ ਛਕਿਆ ਜਾਂਦਾ ਛਕ ਲਓ। ਇੱਕ ਦਿਨ ਨਹੀਂ, 2 ਦਿਨ ਨਹੀਂ, ਭਾਵੇਂ ਸਦਾ ਹੀ ਇੱਥੇ ਛਕਿਆ ਕਰੋ, ਤੁਹਾਨੂੰ ਕੋਈ ਨਹੀਂ ਰੋਕਦਾ ਟੋਕਦਾ। ਜੇ ਤੁਸੀਂ ਸਰਦਾਰੀ ਕਹਿੰਦੇ ਹੋ ਵੀ ਸਾਡਾ ਹਿੱਸਾ ਕਾਹਦਾ, ਇੱਥੇ ਤਾਂ ਜਿੰਨੀ ਮਾਇਆ ਆਉਂਦੀ ਆ ਰੋਜ਼ ਲੰਗਰ ਵਿੱਚ ਖਰਚ ਦਿੱਤੀ ਜਾਂਦੀ ਹੈ। ਤੇ ਜਾਓ ਜਾ ਕੇ ਲੰਗਰ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਛਕ ਲਓ, ਜਿੰਨਾ ਤੁਹਾਡੇ ਕੋਲੋਂ ਛਕਿਆ ਜਾਂਦਾ ਛਕ ਲਿਆ ਕਰੋ। ਦੇਸ਼ ਵਿਦੇਸ਼ੀ ਸੰਗਤ ਸਾਰੀ, ਚਲੇ ਦੇਖਤੇ ਅਚੈ ਆਰੇ। ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਉਹ ਸਾਰੀਆਂ ਸੰਗਤਾਂ ਲੰਗਰ ਵਿੱਚ ਹੀ ਜਾ ਕੇ ਲੰਗਰ ਛਕਦੀਆਂ। ਸਾਰੀ ਸੰਗਤ ਲੰਗਰ ਵਿੱਚ ਹੀ ਜਾ ਕੇ ਪ੍ਰਸ਼ਾਦਾ ਛਕਦੀ ਹੈ ਤੇ ਤੁਸੀਂ ਵੀ ਉੱਥੇ ਜਾ ਕੇ ਲੰਗਰ ਪ੍ਰਸ਼ਾਦਾ ਛਕ ਲਓ। ਹਟਕਾਰ ਨਾ ਕਿਸ ਕੀ ਤਿਸ ਥਾਨ, ਛੁਦਤ ਕਰਤ ਸਭ ਭੋਜਨ ਖਾਨ। ਉੱਥੇ ਕਿਸੇ ਨੂੰ ਰੋਕ ਟੋਕ ਨਹੀਂ ਹੁੰਦੀ ਵੀ ਤੂੰ ਕੌਣ ਹੈ, ਕਿੱਥੋਂ ਆਇਆ, ਕਿਉਂ ਆਇਆ। ਏਦਾਂ ਦੀ ਰੋਕ ਟੋਕ ਗੁਰੂ ਕੇ ਲੰਗਰਾਂ ਵਿੱਚ ਕਿਸੇ ਨੂੰ ਨਹੀਂ ਕੀਤੀ ਜਾਂਦੀ। ਜਾਓ ਜਾ ਕੇ ਤੁਸੀਂ ਛਕੋ, ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਆ ਕੇ ਛਕਦੇ ਨੇ, ਤੁਸੀਂ ਕਿਉਂ ਭੁੱਖੇ ਰਹਿੰਦੇ ਹੋ? ਤੁਸੀਂ ਵੀ ਜਾ ਕੇ ਲੰਗਰਾਂ ਵਿੱਚ ਪ੍ਰਸ਼ਾਦਾ ਛਕੋ, ਉੱਥੇ ਜਾ ਕੇ ਭੋਜਨ ਕਰੋ। ਜਿੰਨਾ ਕੁ ਤੁਹਾਡੀ ਛੁੱਧਤ ਭੁੱਖ ਹੈ ਉਹਦੇ ਆਧਾਰ ਸਹਿਤ ਉਨਾ ਕੁ ਭੋਜਨ ਛਕ ਕੇ ਪੇਟ ਭਰ ਲਵੋ। ਛੁਦਤ ਕਰਤ ਸਭ ਭੋਜਨ ਖਾਨ। ਕਿ ਇੱਥੇ ਤੇ ਜਿੰਨੇ ਭੁੱਖੇ ਨੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਮਿਲਦਾ ਹੈ। ਸੋ ਜਾਨੋ ਸਰਬੰਸ ਹਮਾਰਾ, ਹੈ ਗਰੀਬਨ ਕੇਰ ਗੁਜ਼ਾਰਾ। ਬਾਦਸ਼ਾਹ ਕਹਿੰਦੇ ਸਾਡਾ ਤਾਂ ਸਾਰਾ ਕੁਝ ਲੰਗਰ ਹੀ ਹੈ, ਜੋ ਕੁਝ ਲੈਣਾ ਹਿੱਸਾ ਵੀ ਲੈਣਾ ਤੇ ਉੱਥੇ ਜਾ ਕੇ ਹਿੱਸਾ ਲੈ ਲਓ ਲੰਗਰ ਵਿੱਚ, ਤੇ ਹਿੱਸਾ ਕੀ ਲੈਣਾ ਉੱਥੇ ਜਾ ਕੇ ਪ੍ਰਸ਼ਾਦਾ ਛਕ ਲਓ। ਜੇ ਹਿੱਸਾ ਹੀ ਲੈਣਾ ਨਾ ਤੁਸੀਂ, ਸਾਡਾ ਤਾਂ ਸਾਰਾ ਕੁਝ ਉਹੀ ਹੈ ਵੀ ਸਾਡੇ ਕੋਲ ਜੋ ਆਉਂਦਾ ਮਾਇਆ ਆਉਂਦੀ ਅਸੀਂ ਸਾਰੀ ਲੰਗਰ ਵਿੱਚ ਲਾ ਦਿੰਨੇ ਤੇ ਲੈਨੇ ਵੀ ਓਨੀ ਕਾ ਜਿੰਨੀ ਕੁ ਲੰਗਰ ਵਿੱਚ ਲੱਗ ਜਾਏ, ਉਸ ਤੋਂ ਵੱਧ ਲੈਂਦੇ ਵੀ ਨਹੀਂ। ਸਾਡਾ ਸਾਰਾ ਕੁਝ ਲੰਗਰ ਵਿੱਚ ਹੀ ਹੈ ਤੇ ਜੇ ਤੁਸੀਂ ਕੁਝ ਹਿੱਸਾ ਲੈਣਾ ਚਾਹੁੰਦੇ ਹੋ ਤੇ ਜਾਓ ਗੁਰੂ ਕੇ ਲੰਗਰਾਂ ਵਿੱਚ ਜਾ ਕੇ ਉੱਥੇ ਲੰਗਰ ਪ੍ਰਸ਼ਾਦਾ ਛਕ ਲਓ। ਪਿਤਾ ਤਿਹਾਰੋ ਕਛੂ ਨ ਚਾਹ,
ਧਰੇ ਲੋਭ ਆਏ ਅੰਪਾ। ਕਿਉਂਕਿ ਉੱਥੇ ਸਾਰੇ ਗਰੀਬਾਂ ਦਾ ਗੁਜ਼ਾਰਾ ਹੁੰਦਾ, ਜਿੰਨੇ ਗਰੀਬ ਨਿਮਾਣੇ ਨਿਤਾਣੇ ਆਉਂਦੇ ਨੇ ਸਾਰਿਆਂ ਨੂੰ ਰੋਟੀ ਪ੍ਰਸ਼ਾਦਾ ਛਕਣ ਵਾਸਤੇ ਅੰਨ ਆਹਾਰ ਗੁਰੂ ਕੇ ਲੰਗਰਾਂ ਚੋਂ ਮਿਲਦਾ ਹੈ। ਤੁਹਾਡੇ ਪਿਤਾ ਭਾਈ ਗੋਂਦੇ ਨੇ ਤਾਂ ਅੱਜ ਤਾਈਂ ਸਾਡੇ ਕੋਲੋਂ ਨਹੀਂ ਆ ਕੇ ਕੁਝ ਮੰਗਿਆ ਵੀ ਗੁਰੂ ਜੀ ਮੈਨੂੰ ਹਿੱਸਾ ਦਿਓ। ਉਹਨੇ ਜਗ੍ਹਾ ਗੁਰੂ ਘਰ ਨੂੰ ਅਰਦਾਸ ਕਰਾਈ ਸੀ ਕਿ ਸਤਿਗੁਰੂ ਜੀ ਇਹ ਜਗ੍ਹਾ ਗੁਰੂ ਘਰ ਦੀ, ਤੁਸੀਂ ਇੱਥੇ ਨਗਰ ਵਸਾਓ। ਤੇ ਅਸੀਂ ਇੱਥੇ ਨਗਰ ਵਸਾਇਆ, ਇੱਥੇ ਨਗਰ ਦੀ ਮੋਹੜੀ ਗੱਡੀ ਹੈ। ਤੇ ਤੁਹਾਡੇ ਪਿਤਾ ਨੇ ਅੱਜ ਤੱਕ ਆ ਕੇ ਸਾਡੇ ਕੋਲੋਂ ਨਹੀਂ ਕੁਝ ਮੰਗਿਆ। ਉਹਨੇ ਨਹੀਂ ਕਦੇ ਅੱਜ ਤੱਕ ਆ ਕੇ ਆਖਿਆ ਵੀ ਗੁਰੂ ਜੀ ਮੈਨੂੰ ਹਿੱਸਾ ਦਿਓ। ਜਿਵੇਂ ਤੁਸੀਂ ਹੁਣ ਲਾਲਚ ਧਾਰਨ ਕਰਕੇ ਆਪਣੇ ਹਿਰਦੇ 'ਚ ਲੋਭ ਦੀ ਬਿਰਤੀ ਧਾਰਨ ਕਰਕੇ ਜਿਵੇਂ ਤੁਸੀਂ ਚੱਲ ਕੇ ਆਏ ਹੋ, ਏਦਾਂ ਕਦੇ ਤੁਹਾਡਾ ਪਿਤਾ ਭਾਈ ਗੋਂਦਾ ਤਾਂ ਨਹੀਂ ਸੀ ਚੱਲ ਕੇ ਆਇਆ। ਧਨ ਕੋ ਸੰਚਨ ਅਮਰੋ ਨਾਇਨ, ਅੰਨ ਆਦ ਵਸਤ ਘਰ ਮਾਏ ਨਾ। ਬਾਦਸ਼ਾਹ ਕਹਿੰਦੇ ਨਾਲੇ ਸਾਰਿਆਂ ਨੂੰ ਪਤਾ ਵੀ ਅਸੀਂ ਕਿਹੜਾ ਇੱਥੇ ਪੈਸੇ ਇਕੱਠੇ ਕਰਕੇ ਬੈਠੇ ਆ। ਬੀਰਬਲ ਵੀ ਆਇਆ ਸੀ, ਕਹਿੰਦਾ ਸੀ ਮੈਂ ਪੈਸੇ ਲੈਣੇ, ਉਹ ਵੀ ਚਲਾ ਗਿਆ, ਮੁੜ ਕੇ ਨਹੀਂ ਆਇਆ ਲੈਣ ਵਾਸਤੇ। ਤੁਸੀਂ ਵੀ ਆ ਗਏ ਹੋ ਲੈਣ ਵਾਸਤੇ ਹੁਣ, ਤੇ ਨਾਲੇ ਤੁਹਾਨੂੰ ਵੀ ਪਤਾ ਵੀ ਅਸੀਂ ਕਿਹੜਾ ਇੱਥੇ ਮਾਇਆ ਇਕੱਠੀ ਕਰਕੇ ਰੱਖੀ ਹੈ। ਮਾਇਆ ਇਕੱਠੀ ਕਰਕੇ ਨਹੀਂ ਅਸੀਂ ਜੋੜ ਕੇ ਰੱਖਦੇ। ਇੱਥੇ ਤਾਂ ਅੰਨ ਆਉਂਦਾ, ਸਿੱਧਾ ਆਉਂਦਾ, ਉਹਦਾ ਭੋਜਨ ਤਿਆਰ ਕਰਕੇ ਜਿਵੇਂ ਆਉਂਦਾ ਉਦਾਂ ਸੰਗਤਾਂ ਨੂੰ ਛਕਾ ਦੇਈਦਾ। ਅੰਨ ਆਦ ਵਸਤ ਘਰ ਮਾਹੇ ਨਾ। ਸਾਡੇ ਘਰ ਦੇ ਵਿੱਚ ਅਸੀਂ ਵਾਧੂ ਅੰਨ ਨਹੀਂ ਰੱਖਿਆ। ਜੋ ਤੁਮ ਕੋ ਆਵਦੇ ਨਿਕਾਤ, ਸੋਨੇ ਰਾਖੇ ਕਛੂ ਆਵਾਤ। ਨਾ ਅਸੀਂ ਕੋਈ ਹੋਰ ਕੋਈ ਵਸਤੂ ਕੋਈ ਹੋਰ ਪਦਾਰਥ ਵਾਧੂ ਆਪਣੇ ਘਰ 'ਚ ਰੱਖੀ ਹੈ ਜਿਹੜੀਆਂ ਅਸੀਂ ਕੱਢ ਕੇ ਤੈਨੂੰ ਦੇ ਦਈਏ, ਬੋਰੀਆਂ ਚਕਾ ਦਈਏ ਵੀ ਇਹ ਵਾਧੂ ਰੱਖੀਆਂ ਨੇ। ਅਸੀਂ ਤਾਂ ਓਨਾ ਕੀ ਅੰਨ ਰੱਖਦੇ ਆ ਜਿੰਨਾ ਕਿ ਇੱਕ ਦਿਨ 'ਚ ਲੱਗ ਜਾਂਦਾ ਹੈ। ਰਾਤ ਨੂੰ ਬਰਤਨ ਤੱਕ ਵੀ ਮੂਧੇ ਮਾਰ ਦਿੱਤੇ ਜਾਂਦੇ ਨੇ ਗੁਰੂ ਕੇ ਲੰਗਰਾਂ ਦੇ ਕਿ ਕੱਲ ਸਵੇਰ ਹੋਵੇਗੀ ਪਰਮੇਸ਼ਰ ਹੋਰ ਭੇਜੇਗਾ, ਇਸ ਭਰੋਸੇ ਕਰਕੇ। ਤੇ ਮਹਾਰਾਜ ਜੀ ਕਹਿੰਦੇ ਅਸੀਂ ਹੋਰ ਤਾਂ ਕੋਈ ਘਰ ਵਸਤੂ ਰੱਖੀ ਨਹੀਂ, ਕੱਪੜਾ ਤੱਕ ਨਹੀਂ ਵਾਧੂ ਰੱਖਿਆ ਘਰ ਦੇ ਵਿੱਚ ਜਿਹੜਾ ਅਸੀਂ ਕੱਢ ਕੇ ਤੁਹਾਨੂੰ ਦੇ ਦਈਏ ਜਾਂ ਅੰਨ ਦੇ ਦਈਏ। ਕੋਈ ਵਸਤੂ ਹੋਰ ਜੇ ਕੋਈ ਜਮ੍ਹਾਂ ਕਰਕੇ ਰੱਖੀ ਹੋਵੇ ਉਹ ਤੁਹਾਨੂੰ ਦੇ ਦਈਏ। ਅਸੀਂ ਆਪਣੇ ਘਰ ਦੇ ਵਿੱਚ ਹੋਰ ਵਾਧੂ ਕੁਝ ਨਹੀਂ ਰੱਖਿਆ ਹੋਇਆ। ਸੁਨ ਗੋਂਦੇ ਸੁਤ ਬਾਕ ਬਖਾਨਿਓ, ਹਮ ਤੋ ਲੈਨ ਦਰਬ ਕੋ ਠਾਨਿਓ। ਸੁਣ ਕੇ ਗੋਂਦੇ ਦਾ ਪੁੱਤਰ ਅੱਗੋਂ ਬੋਲਿਆ, ਕਹਿਣ ਲੱਗਾ ਸਤਿਗੁਰਾਂ ਨੂੰ, ਕਹਿੰਦਾ ਜੀ ਮੈਂ ਤਾਂ ਪੈਸੇ ਲੈਣੇ ਨੇ, ਪੈਸੇ ਦਾ ਹਿੱਸਾ ਚਾਹੀਦਾ, ਮੈਂ ਲੰਗਰ ਕੀ ਕਰਨਾ, ਮੈਂ ਲੰਗਰ ਵਿੱਚੋਂ ਜਾ ਕੇ ਪ੍ਰਸ਼ਾਦਾ ਕਿਉਂ ਛਕਾਂ, ਮੈਨੂੰ ਤਾਂ ਪੈਸੇ ਚਾਹੀਦੇ ਨੇ, ਮੈਂ ਤਾਂ ਪੈਸਿਆਂ ਦਾ ਹਿੱਸਾ ਲੈਣ ਵਾਸਤੇ ਆਇਆ ਹਾਂ। ਅਪਰ ਵਸਤ ਅਨ ਲੇਤ ਨਾ ਕੋਈ, ਤਨ ਦੀਜੈ ਕਰ ਧਾਰਾ ਸੋਈ। ਹੋਰ ਕੋਈ ਵਸਤੂ ਨਹੀਂ ਸਾਨੂੰ ਚਾਹੀਦੀ, ਹੋਰ ਕੋਈ ਪਦਾਰਥ ਨਹੀਂ ਸਾਨੂੰ ਚਾਹੀਦਾ, ਸਾਨੂੰ ਤਾਂ ਧਨ ਚਾਹੀਦਾ, ਸਾਨੂੰ ਤਾਂ ਮਾਇਆ ਦੇ ਗੱਫੇ ਚਾਹੀਦੇ ਨੇ। ਮਾਇਆ ਜੇ ਤੁਸੀਂ ਦਿਓ ਉਹੀ ਸਾਡਾ ਹਿੱਸਾ ਹੋਵੇਗਾ, ਉਹੀ ਸਾਡੀ ਸਰਦਾਰੀ ਹੋਵੇਗੀ। ਸਦਨ ਆਪਨੇ ਅਚੈ ਆਹਾਰਾ, ਅੰਨ ਖਰੀਦੈ ਮੋਲ ਬਜ਼ਾਰਾ। ਅਸੀਂ ਤੁਹਾਡੇ ਲੰਗਰ ਚੋਂ ਕਿਉਂ ਜਾ ਕੇ ਰੋਟੀਆਂ ਖਾਈਏ, ਤੁਸੀਂ ਸਾਨੂੰ ਪੈਸੇ ਦਿਓ, ਸਾਡਾ ਹਿੱਸਾ ਦਿਓ, ਅਸੀਂ ਆਪਣੇ ਪੈਸਿਆਂ ਦਾ ਆਪੇ ਅੰਨ ਖਰੀਦ ਕੇ ਘਰ ਪਕਾ ਕੇ ਖਾਵਾਂਗੇ, ਸਾਨੂੰ ਪਕਾਣਾ ਨਹੀਂ ਆਉਂਦਾ। ਗੋਂਦੇ ਦਾ ਪੁੱਤਰ ਇਸ ਤਰ੍ਹਾਂ ਦੁਰਭਾਸ਼ਾ ਦਾ ਉਸ ਵੇਲੇ ਵਰਤੋਂ ਕਰਨ ਲੱਗਾ, ਕਹਿਣ ਲੱਗਾ ਜੀ ਸਾਡੇ ਘਰ ਦੇ ਵਿੱਚ ਅਸੀਂ ਆਪੇ ਬਣਾ ਕੇ ਛਕ ਲਾਂਗੇ, ਤੁਸੀਂ ਸਾਨੂੰ ਪੈਸੇ ਦਿਓ, ਪੈਸਿਆਂ ਦਾ ਅਸੀਂ ਆਪਣਾ ਅੰਨ ਵੀ ਖਰੀਦ ਲਾਂਗੇ ਔਰ ਉਹ ਅੰਨ ਆਪਣੇ ਘਰਾਂ ਵਿੱਚ ਪਕਾ ਕੇ ਖਾਵਾਂਗੇ। ਤੁਮਰੇ ਨਿਕਟ ਕਮੀਨੈ ਕੋ, ਸੰਗਤ ਰਹਿ ਭੀਰ ਕਰ ਸੋ। ਗੁਰੂ ਜੀ ਤੁਹਾਡੇ ਕੋਲ ਇੱਥੇ ਕਿਹੜਾ ਕੋਈ ਕਮੀ ਪਈ ਹੈ, ਤੁਹਾਡੇ ਕੋਲ ਤਾਂ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ, ਹਜ਼ਾਰਾਂ ਰੁਪਏ ਲੋਕ ਲਿਆ ਕੇ ਤੁਹਾਡੇ ਚਰਨਾਂ ਵਿੱਚ ਅਰਪਣ ਨੂੰ ਤਿਆਰ ਖਲੋਤੇ ਰਹਿੰਦੇ ਨੇ। ਨਿਤ ਪ੍ਰਤ ਆਨੈ ਦਰਬ ਉਦਾਰਾ, ਦੂਰ ਦੂਰ ਕੇ ਨਰਬੋ ਬਾਰਾ। ਨਿਤਾ ਪ੍ਰਤੀ ਲੋਕ ਤੁਹਾਡੇ ਕੋਲ ਆਉਂਦੇ ਨੇ, ਬਹੁਤ ਉਦਾਰ ਹਿਰਦੇ ਨਾਲ, ਖੁੱਲੇ ਦਿਲ ਦੇ ਨਾਲ ਲੋਕ ਮਾਇਆ ਦੇ ਗੱਫੇ ਲਿਆਉਂਦੇ ਨੇ ਔਰ ਉਹ ਦੂਰੋਂ ਦੂਰੋਂ ਲਿਆ ਕੇ ਆ ਕੇ ਤੁਹਾਡੇ ਦਰਬਾਰ ਵਿੱਚ ਭੇਟ ਕਰਦੇ ਨੇ, ਦੂਰੋਂ ਦੂਰੋਂ ਆ ਕੇ ਉਹ ਮਾਇਆ ਤੁਹਾਡੇ ਚਰਨਾਂ ਵਿੱਚ ਅਰਪਣ ਕਰਦੇ ਨੇ। ਸ਼ਰਦਾ ਧਰੈ ਨਿਵਾਵੈ ਸੀਸ, ਕੇਤਕ ਆਵਤ ਨਿਕਟ ਮਹੀਸ਼। ਸ਼ਰਧਾ ਧਾਰਨ ਕਰਕੇ ਆ ਕੇ ਤੁਹਾਡੇ ਚਰਨਾਂ 'ਚ ਸੀਸ ਨਿਵਾਉਂਦੇ ਨੇ ਤੇ ਜਿਹੜੇ ਉਹ ਆਉਂਦੇ ਨੇ ਲੋਕ, ਉਹਨਾਂ ਵਿੱਚੋਂ ਰਾਜੇ ਵੀ ਆਉਂਦੇ ਨੇ ਕਈ ਤੁਹਾਨੂੰ ਮੱਥਾ ਟੇਕਣ। ਰਾਜੇ ਬਾਦਸ਼ਾਹ ਲੋਕ ਵੀ ਆ ਕੇ ਤੁਹਾਡੇ ਚਰਨਾਂ ਤੇ ਨਮਸਕਾਰਾਂ ਕਰਦੇ ਨੇ।
ਉਹ ਵੀ ਆ ਕੇ ਤੁਹਾਡੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੇ ਨੇ, ਰਾਜੇ ਵੀ ਆ ਕੇ ਨਮਸਕਾਰਾਂ ਕਰਦੇ ਨੇ। ਆਏ ਉਪਾਇਨ ਅਨਕ ਪ੍ਰਕਾਰਾ, ਤਿਨ ਮੈਂ ਤੇ ਦਿਓ ਹੱਕ ਹਮਾਰਾ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਉਹ ਲੋਕ ਤੁਹਾਡੇ ਕੋਲ ਆਉਂਦੇ ਨੇ, ਅਨੇਕ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਆਉਂਦੇ ਨੇ, ਸਾਨੂੰ ਤਾਂ ਉਹਦੇ ਵਿੱਚੋਂ ਹਿੱਸਾ ਦਿਓ। ਅਸੀਂ ਆਪਣਾ ਹੱਕ ਮੰਗਦੇ ਹਾਂ, ਕਿਉਂਕਿ ਇਹ ਜ਼ਮੀਨ ਸਾਡੀ, ਇਹ ਜਗ੍ਹਾ ਸਾਡੀ ਹੈ, ਇੱਥੇ ਤੁਸੀਂ ਨਗਰ ਵਸਾਇਆ, ਤੁਸੀਂ ਰਹਿ ਰਹੇ ਹੋ, ਤੇ ਤੁਸੀਂ ਇੱਥੇ ਰਹਿਣ ਦੇ ਬਦਲੇ ਸਾਨੂੰ ਸਾਡਾ ਹੱਕ ਦਿਓ। ਜਿਹੜੀ ਮਾਇਆ ਆਉਂਦੀ ਹੈ ਤੁਹਾਡੇ ਕੋਲ, ਉਹਦੇ ਵਿੱਚੋਂ ਸਾਨੂੰ ਹਿੱਸਾ ਚਾਹੀਦਾ, ਉਹ ਅਸੀਂ ਲੈਣ ਵਾਸਤੇ ਆਏ ਹਾਂ। ਸੁਨ ਸ਼੍ਰੀ ਅਮਰ ਕਹਿਓ ਤਿਨ ਫੇਰ, ਧਨ ਕੋ ਲੋਭ ਕਰਤੋ ਢੇਰ। ਸੁਣ ਕੇ ਸਤਿਗੁਰੂ ਜੀ ਫਿਰ ਬੋਲੇ। ਮਹਾਰਾਜ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਧਨ ਦਾ ਲਾਲਚ ਕਿਉਂ ਕਰਦੇ ਹੋ? ਬਹੁਤਾ ਲਾਲਚ ਧਨ ਦਾ ਕਿਉਂ ਕਰ ਰਹੇ ਹੋ? ਆਖਰਕਾਰ ਛਕਣੇ ਤਾਂ ਦੋ ਪ੍ਰਸ਼ਾਦੇ ਹੀ ਨੇ ਨਾ, ਉਹ ਪ੍ਰਸ਼ਾਦਾ ਤੁਹਾਨੂੰ ਲੰਗਰਾਂ ਵਿੱਚੋਂ ਮਿਲ ਜਾਣਾ, ਉੱਥੇ ਕਿਉਂ ਨਹੀਂ ਛਕ ਲੈਂਦੇ? ਗੁਰ ਕੋ ਸਦਨ ਮਿਲੇਗੀ ਦੇਗ, ਅਵਰ ਲੋਭ ਤਿਆਗੋ ਤੁਮ ਬੇਗ। ਇੱਥੋਂ ਤਾਂ ਸਿਰਫ ਤੁਹਾਨੂੰ ਗੁਰੂ ਕੇ ਲੰਗਰਾਂ ਚੋਂ ਲੰਗਰ ਮਿਲ ਸਕਦਾ, ਪ੍ਰਸ਼ਾਦਾ ਮਿਲ ਸਕਦਾ 2 ਵਕਤ ਦਾ। ਉਸ ਤੋਂ ਵੱਧ ਤੁਸੀਂ ਆਪਣੇ ਮਨ 'ਚ ਕੋਈ ਲਾਲਚ ਨਾ ਰੱਖੋ ਵੀ ਕਿ ਤੁਹਾਨੂੰ ਇੱਥੋਂ ਮਾਇਆ ਮਿਲ ਜਾਏਗੀ, ਧਨ ਮਿਲ ਜਾਏਗਾ, ਰੁਪਇਆ ਪੈਸਾ ਮਿਲ ਜਾਏਗਾ। ਇਹ ਲੋਭ ਆਪਣੇ ਹਿਰਦੇ 'ਚੋਂ ਤਿਆਗ ਦਿਓ, ਛੱਡ ਦਿਓ। ਗੁਰੂ ਘਰ ਦੇ ਵਿੱਚੋਂ ਤਾਂ ਸਿਰਫ ਤੁਹਾਨੂੰ ਦੇਗ ਮਿਲੇਗੀ, ਲੰਗਰ ਮਿਲੇਗਾ। ਕਾਹੇ ਤ੍ਰਿਸ਼ਨਾ ਅਦਕ ਕਰਤੋ, ਹਮ ਸੋ ਧਨ ਕੇ ਹੇਤ ਅਰਤੋ। ਮਹਾਰਾਜ ਜੀ ਕਹਿੰਦੇ, ਕਾਹਨੂੰ ਆਪਣੇ ਮਨ ਦੇ ਵਿੱਚ ਅਦਕ ਤ੍ਰਿਸ਼ਨਾ ਧਾਰਨ ਕਰਦੇ ਹੋ, ਤ੍ਰਿਸ਼ਨਾ ਪਦਾਰਥਾਂ ਦੀ, ਔਰ ਤ੍ਰਿਸ਼ਨਾ ਹਿਰਦੇ 'ਚ ਧਾਰਨ ਕਰਕੇ ਸਾਡੇ ਨਾਲ ਆ ਕੇ ਅੜ ਰਹੇ ਹੋ, ਮਾਇਆ ਕਰਕੇ ਸਾਡੇ ਨਾਲ ਆ ਕੇ ਅੜ ਰਹੇ ਹੋ। ਇਹ ਤ੍ਰਿਸ਼ਨਾ ਆਪਣੇ ਮਨ 'ਚੋਂ ਤਿਆਗ ਦਿਓ, ਇਹ ਤ੍ਰਿਸ਼ਨਾ ਤੁਹਾਡੀ ਪੂਰੀ ਨਹੀਂ ਹੋ ਸਕਦੀ। ਐਸੇ ਬਹੁਤ ਭਈ ਤਕਰਾਰ, ਓੜਕ ਦੁਸ਼ਟ ਕਰਤ ਭੇਰਾਰ। ਕਾਫੀ ਤਕਰਾਰ ਹੁੰਦੀ ਰਹੀ, ਆਖਰਕਾਰ ਇਹਨਾਂ ਨੇ ਸਤਿਗੁਰਾਂ ਨਾਲ ਝਗੜਾ ਵੀ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਤਕਰਾਰ ਹੁੰਦੀ ਰਹੀ, ਆਖਰਕਾਰ ਇਹ ਲੜ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਝਗੜਾ ਕਰਦਿਆਂ ਹੋਇਆਂ ਦੁਸ਼ਟ ਬੋਲੇ, ਕਹਿਤ ਬਏ ਹਮ ਦਿੱਲੀ ਜਾਵੇਂ, ਕਰ ਫਰਿਆਦ ਤੁਮ ਤੇ ਧਨ ਪਾਵੇਂ। ਆਖਰਕਾਰ ਲੜਾਈ ਕਰਕੇ ਫਿਰ ਝਗੜਾ ਕਰਦਿਆਂ ਅਖੀਰ ਨੂੰ ਬੋਲੇ, ਜਦੋਂ ਕੋਈ ਜ਼ੋਰ ਨਾ ਚੱਲਿਆ ਤੇ ਕਹਿੰਦੇ ਜੀ ਅਸੀਂ ਤਾਂ ਦਿੱਲੀ ਜਾਵਾਂਗੇ। ਇਹ ਗੱਲ ਇੱਥੇ ਤੱਕ ਨਹੀਂ ਸੀਮਤ ਰਹਿਣੀ, ਅਸੀਂ ਤਾਂ ਦਿੱਲੀ ਬਾਦਸ਼ਾਹ ਦੀ ਕਚਹਿਰੀ ਵਿੱਚ ਜਾ ਕੇ ਪੁਕਾਰ ਕਰਾਂਗੇ, ਉੱਥੇ ਜਾ ਕੇ ਪੁਕਾਰ ਕਰਕੇ ਤੁਹਾਡੇ ਕੋਲੋਂ ਧਨ ਲਵਾਂਗੇ, ਮਾਇਆ ਲਵਾਂਗੇ। ਸਤਿਗੁਰ ਕਹਿਓ ਖੁਸ਼ੀ ਸੋ ਕਰੋ, ਹਮ ਤੇ ਧਨ ਕੀ ਆਸ ਨਾ ਧਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਜਿਹੜੀ ਤੁਹਾਡੇ ਮਨ 'ਚ ਖੁਸ਼ੀ ਆਵੇ ਤੁਸੀਂ ਉਦਾਂ ਹੀ ਕਰੋ, ਜਾਓ ਜਿੱਥੇ ਜਾਣਾ ਨਾ, ਤੁਹਾਡੇ ਮਨ ਦੀ ਖੁਸ਼ੀ। ਪਰ ਇਹ ਗੱਲ ਯਾਦ ਰੱਖਿਓ ਵੀ ਸਾਡੇ ਕੋਲੋਂ ਧਨ ਦੀ ਆਸ ਨਾ ਕਰਿਆ ਜੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਯਾਤਰਾ ਤੇ ਵੀ ਗਏ, ਉੱਥੇ ਵੀ ਗੁਰੂ ਸਾਹਿਬ ਨੇ ਇਹੀ ਕਿਹਾ ਸੀ ਉਹਨਾਂ ਟੈਕਸ ਵਸੂਲਣ ਵਾਲਿਆਂ ਨੂੰ ਵੀ ਇੱਥੇ ਮਾਇਆ ਨਹੀਂ ਜੇ ਮਿਲਣੀ। ਅਕਬਰ ਬਾਦਸ਼ਾਹ ਦੇ ਕੋਲ ਵੀ ਸੁਨੇਹਾ ਭੇਜ ਦਿੱਤਾ, ਬੀਰਬਲ ਆਇਆ, ਉਹ ਵੀ ਕਹਿੰਦਾ ਸੀ ਪੈਸੇ ਲੈਣੇ। ਪਾਤਸ਼ਾਹ ਕਹਿੰਦੇ ਲੰਗਰ ਛਕ ਲੈ, ਜਿੰਨਾ ਛਕਣਾ, ਆਪਣੇ ਫੌਜਾਂ ਨੂੰ ਵੀ ਲੈ ਆ, ਉਹਨਾਂ ਨੂੰ ਵੀ ਚੁਕਾ ਦਿੰਦੇ ਆ, ਪਰ ਧਨ ਦੀ ਆਸ ਨਾ ਰੱਖੋ, ਕਿਉਂਕਿ ਨਾ ਅਸੀਂ ਧਨ ਜੋੜਦੇ ਆ ਤੇ ਨਾ ਦਿੰਦੇ ਆ, ਅਸੀਂ ਤਾਂ ਉਹਨਾਂ ਕੁ ਲੰਗਰ ਵਿੱਚ ਰੱਖਦੇ ਆ ਜਿੰਨਾ ਕੁ ਵਰਤ ਜਾਵੇ। ਤੇ ਪਾਤਸ਼ਾਹ ਨੇ ਇਹਨਾਂ ਨੂੰ ਵੀ ਕਹਿ ਦਿੱਤਾ, ਜਾਓ ਭਾਈ ਤੁਹਾਡੀ ਖੁਸ਼ੀ ਹੈ, ਦਿੱਲੀ ਜਾਣਾ, ਉੱਥੇ ਚਲੇ ਜੋ, ਜਾ ਕੇ ਫਰਿਆਦ ਕਰ ਲੋ, ਪਰ ਸਾਡੇ ਕੋਲੋਂ ਧਨ ਦੀ ਆਸ ਨਾ ਕਰੋ। ਗਏ ਸਦਨ ਉਠ ਮਤਾ ਪਕਾਇਓ, ਦਿੱਲੀ ਜਾਏ ਕਲੰਕ ਸੋ ਪਾਇਓ। ਘਰ ਗਏ, ਜਾ ਕੇ ਇਹਨਾਂ ਨੇ ਮਤਾ ਪਕਾਇਆ। ਆਖਰਕਾਰ ਇਹ ਮਤਾ ਪਕਾਇਆ ਵੀ ਦਿੱਲੀ ਚੱਲੀਏ, ਦਿੱਲੀ ਨੂੰ ਟੁਰ ਪਏ। ਪਰ ਦਿੱਲੀ ਜਾ ਕੇ ਵੀ ਇਹਨਾਂ ਨੂੰ ਕਲੰਕ ਹੀ ਲੱਗਾ ਮੱਥੇ ਤੇ, ਗੁਰੂ ਤੋਂ ਬੇਮੁਖ ਹੋ ਕੇ ਗਏ ਸਨ ਤੇ ਮੱਥੇ ਤੇ ਕਲੰਕ ਹੀ ਲੱਗਣਾ। ਜਿਹੜੇ ਸਤਿਗੁਰਾਂ ਤੋਂ ਬੇਮੁਖ ਹੁੰਦੇ ਉਹਨਾਂ ਨੂੰ ਕਿਤੇ ਇੱਜ਼ਤ ਨਹੀਂ ਮਿਲਦੀ, ਤਿਰਸਕਾਰ ਹੀ ਮਿਲਦਾ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਇਹ ਸਿਧਾਂਤ ਹੈ। ਕਹਿੰਦੇ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਦਿੱਲੀ ਗਏ, ਪਰ ਉੱਥੇ ਵੀ ਮੱਥੇ ਤੇ ਕਲੰਕ ਹੀ ਲੱਗਾ। ਚਵਗੱਤੇ ਆਗੇ ਫਰਿਆਦ, ਮੂਰਖ ਕਰਤ ਭਏ ਬੋਬਾ। ਚਵਗੱਤਾ ਕਹਿੰਦੇ ਨੇ ਬਾਦਸ਼ਾਹ ਨੂੰ, ਬਾਦਸ਼ਾਹ ਕੋਲ ਜਾ ਕੇ ਨਾ ਮੂਰਖਾਂ ਨੇ ਫਰਿਆਦ ਕੀਤੀ, ਜਾ ਕੇ
ਉੱਥੇ ਜਾ ਕੇ ਬਾਦ ਵਿਅਰਥ ਹੀ ਜਾ ਕੇ ਫਰਿਆਦਾਂ ਕਰਨ ਲੱਗੇ। एक पठान गुरु का दास सभा मद चमगते पास। ਉੱਥੇ ਗੁਰੂ ਘਰ ਦਾ ਇੱਕ ਸ਼ਰਧਾਲੂ ਪਠਾਨ ਸੀ ਜਿਹੜਾ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਸੀ ਅਕਬਰ ਦੇ। ਉਹਨੂੰ ਗੁਰੂ ਸਾਹਿਬ ਦੀ ਮਹਿਮਾ ਦਾ ਪਤਾ ਸੀ। ਉਹਨੇ ਵੇਖ ਲਿਆ ਵੀ ਇਹ ਤਾਂ ਉਦਾਂ ਹੀ ਦੋਖੀ ਟੁਰ ਕੇ ਆ ਗਏ। ਉਹਨੇ ਉਸੇ ਵੇਲੇ ਇਹਨਾਂ ਨੂੰ ਵਾਪਸ ਮੋੜ ਦਿੱਤਾ। सर्व भेद प्रगटावत भयो दुष्टन को झूठा तिन ਜਦੋਂ ਇਹਨਾਂ ਨੇ कहो। ਫਰਿਆਦ ਕੀਤੀ ਉਹ ਪਠਾਨ ਨੇ ਫਿਰ ਗੁਰੂ ਘਰ ਵੱਲੋਂ ਪੈਰਵਾਈ ਕੀਤੀ। ਕਹਿਣ ਲੱਗਾ ਬਾਦਸ਼ਾਹ ਇਹ ਝੂਠੇ ਨੇ ਬੰਦੇ, ਉਹ ਜਗ੍ਹਾ ਸਤਿਗੁਰਾਂ ਦੀ ਆ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਗਰ ਵਸਾਇਆ, ਉਹਦੇ ਤੇ ਇਹਨਾਂ ਦਾ ਕੋਈ ਹੱਕ ਨਹੀਂ ਬਣਦਾ। ਗੁਰੂ ਕੀ ਉਹ ਨਗਰੀ ਹੈ, ਸਤਿਗੁਰੂ ਜੀ ਦਾ ਉੱਥੇ ਨਿਵਾਸ ਆ, ਇਹਨਾਂ ਦਾ ਕਾਹਦਾ ਹਿੱਸਾ ਬਣਦਾ। ਇਹਨਾਂ ਦੇ ਪਿਤਾ ਨੇ ਤਾਂ ਜਗ੍ਹਾ ਦਾਨ ਕੀਤੀ ਹੋਈ ਸੀ ਗੁਰੂ ਘਰ ਵਾਸਤੇ, ਇਹਨਾਂ ਦਾ ਉੱਥੇ ਕੋਈ ਹੱਕ ਨਹੀਂ ਬਣਦਾ। ਇਸ ਤਰ੍ਹਾਂ ਸਾਰਾ ਬਿਰਤੰਤ ਉਸ ਪਠਾਨ ਨੇ ਬਾਦਸ਼ਾਹ ਦੀ ਕਚਹਿਰੀ ਵਿੱਚ ਪ੍ਰਗਟ ਕਰਕੇ ਨਾ ਮੂਰਖਾਂ ਦੀ ਮੂੰਹ ਤੇ ਮਾਰ ਪਾਈ। लगी होन तिन पर बो मार तक्के दे काडे दरबार। ਬੜੀ ਮਾਰ ਵੱਜਣ ਲੱਗੀ ਵੀ ਇਹ ਦੋਖੀ ਨੇ ਤਾਂ ਝੂਠੀ ਫਰਿਆਦ ਲੈ ਕੇ ਆਏ ਨੇ, ਝੂਠ ਬੋਲਣ ਵਾਲੇ ਨੇ। ਜਿੰਨੇ ਸਭਾ ਦੇ ਵਿੱਚ ਸਨ ਸਭ ਨੇ ਧੱਕੇ ਮਾਰੇ। ਧੱਕੇ ਮਾਰ ਮਾਰ ਕੇ ਬਾਦਸ਼ਾਹ ਦੇ ਦਰਬਾਰ ਚੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ। ਗੁਰੂ ਘਰ ਦੇ ਦੋਖੀਆਂ ਨੂੰ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਪੈਂਦੇ ਨੇ, ਕਿਤੇ ਥਾਂ ਨਹੀਂ ਮਿਲਦੀ। ਜਿਹੜੇ ਗੁਰੂ ਘਰ ਦੇ ਦੋਖੀ ਨੇ ਕਹਿੰਦੇ ਬਾਦਸ਼ਾਹ ਦੇ ਦਰਬਾਰ ਚੋਂ ਧੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢਿਆ ਗਿਆ। ਮਾਰ ਪੈਣ ਲੱਗੀ। बहुत दुखी सब सोज गवाई कर आवत लज्जा बो पाई। ਜੋ ਕੁਝ ਨਾਲ ਲੈ ਗਏ ਸੀ ਉਹ ਵੀ ਸਾਰਾ ਕੁਝ ਗਵਾ ਬੈਠੇ। ਬੜੇ ਸ਼ਰਮਿੰਦਾ ਹੋਏ ਵੀ ਹੁਣ ਵਾਪਸ ਆਪਣੇ ਘਰ ਕੀ ਮੂੰਹ ਲੈ ਕੇ ਜਾਈਏ। रोल मर गए जो आए फेर दुखी भये जम मारे घेर। ਰਸਤੇ ਵਿੱਚ ਹੀ ਰੁਲ ਰੁਲ ਕੇ ਮਰ ਗਏ, ਘਰ ਤੱਕ ਪਹੁੰਚੇ ਹੀ ਨਹੀਂ ਦੋਖੀ। ਇੰਨੀ ਸ਼ਰਮਸਾਰ ਸ਼ਰਮਿੰਦਾ ਹੋਏ ਕਿ ਰਸਤੇ 'ਚ ਹੀ ਰੁਲ ਮਿਲ ਕੇ ਮਰ ਗਏ। ਮਰਨ ਤੋਂ ਬਾਅਦ ਵੀ ਕਹਿੰਦੇ ਫਿਰ ਜੰਮਾਂ ਦੀ ਮਾਰ ਪਈ ਇਹਨਾਂ ਨੂੰ ਵੀ ਗੁਰੂ ਘਰ ਦੇ ਦੋਖੀ ਨੇ, ਗੁਰੂ ਤੋਂ ਬੇਮੁਖ ਨੇ। ਅੱਗੇ ਜੰਮਾਂ ਦੀ ਮਾਰ ਵੀ ਨਾ ਪਾਪੀਆਂ ਨੂੰ ਦੋਖੀਆਂ ਨੂੰ ਪਈ ਹੈ। ए बिरतांत सबन सुन पायो दुष्टन को प्रभ दंड ਇਹ दिवायो। ਪ੍ਰਸੰਗ ਗੋਇੰਦਵਾਲ ਸਾਹਿਬ ਵੀ ਪਹੁੰਚਿਆ, ਸਿੱਖਾਂ ਤੱਕ ਖਬਰ ਪਹੁੰਚੀ। ਦਿੱਲੀ ਦੇ ਸਿੱਖਾਂ ਨੇ ਖਬਰ ਭੇਜ ਦਿੱਤੀ ਵੀ ਏਦਾਂ ਗੁਰੂ ਘਰ ਦੇ ਦੋਖੀਆਂ ਨੂੰ ਦੰਡ ਮਿਲਿਆ, ਸਜ਼ਾ ਮਿਲੀ ਹੈ। ਸਭ ਪਾਸੇ ਇਹ ਗੱਲ ਪ੍ਰਗਟ ਹੋ ਗਈ ਕਿ ਸਤਿਗੁਰੂ ਜੀ ਨੇ ਇਹਨਾਂ ਗੁਰੂ ਘਰ ਦੇ ਦੋਖੀਆਂ ਨੂੰ ਦੰਡ ਦਿਵਾਇਆ ਹੈ। श्री गुरु रामदास प्रभ स्वामी कृपा सिंध सब अंतर जमी। ਧੰਨ ਗੁਰੂ ਰਾਮਦਾਸ ਸਾਹਿਬ ਜੋ ਉਸ ਵੇਲੇ ਗੋਇੰਦਵਾਲ ਸਾਹਿਬ ਹੀ ਸੀ। ਕਿਰਪਾ ਸਿੰਧ ਸਤਿਗੁਰੂ ਜੀ ਅੰਤਰਜਾਮੀ ਨੇ ਗੁਰੂ ਰਾਮਦਾਸ ਸਾਹਿਬ। ਉਹਨਾਂ ਦੇ ਕੰਨਾਂ ਵਿੱਚ ਵੀ ਇਹ ਸਾਰਾ ਪ੍ਰਸੰਗ ਪਿਆ ਕਿ ਜਿਹੜੇ ਮਰਵਾਏ ਗਏ ਸਨ, ਗੋਂਦੇ ਦੀ ਔਲਾਦ ਗਈ ਸੀ, ਫਰਿਆਦ ਕਰਨ ਵਾਸਤੇ ਵੀ ਇਹਨਾਂ ਨੂੰ ਧੱਕੇ ਪਏ ਨੇ। ਬਾਦਸ਼ਾਹ ਦੀ ਕਚਹਿਰੀ ਵਿੱਚੋਂ ਇਹਨਾਂ ਨੂੰ ਮਾਰ ਪਈ ਹੈ। ਉਹਨਾਂ ਦੀ ਭਾਰੀ ਦੁਰਦਸ਼ਾ ਹੋਈ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਾ। ताहे समय गुर सेव मझारा तत्पर रहत होते दरबारा। ਕਿਉਂਕਿ ਉਸ ਸਮੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਨ। ਜਿਸ ਵੇਲੇ ਸਾਰਾ ਪ੍ਰਸੰਗ ਵਾਪਰਿਆ ਹੈ ਉਸ ਸਮੇਂ ਦੀ ਸਾਰੀ ਘਟਨਾ ਗੁਰੂ ਰਾਮਦਾਸ ਜੀ ਨੇ ਆਪ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਕਰਦਿਆਂ ਵੇਖਿਆ ਹੈ। गौड़ी राग वार के अंतर इस प्रथाए ਸ਼ਲੋਕ ਸੁਤੰਤਰ। ਉਸ ਵੇਲੇ ਗੌੜੀ ਰਾਗ ਦੀ ਵਾਰ ਵਿੱਚ ਉਸ ਵੇਲੇ ਦਾ ਸਾਰਾ ਜਿਹੜਾ ਪ੍ਰਸੰਗ ਹੈ ਉਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਦਰਜ ਕੀਤਾ। ਗੌੜੀ ਰਾਗ ਦੀ ਵਾਰ ਵਿੱਚ ਪਹਿਲਾਂ ਵੀ ਸ਼ਬਦ ਆਇਆ ਹੈ ਜਦੋਂ ਉਸ ਤਪੇ ਦੀ ਗੱਲ ਹੋਈ ਹੈ ਤੇ ਫਿਰ ਜਦੋਂ ਇਹਨਾਂ ਨੇ ਫਰਿਆਦ ਕੀਤੀ ਬਾਦਸ਼ਾਹ ਦੇ ਕੋਲ ਜਾ ਕੇ ਇਹਨਾਂ ਦੀ ਜਿਹੜੀ ਦਸ਼ਾ ਹੋਈ ਉਹ ਵੀ ਗੌੜੀ ਦੀ ਵਾਰ ਵਿੱਚ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਾ ਜ਼ਿਕਰ ਕੀਤਾ ਹੈ। ਉਚਰਤ ਭਏ ਭਲੇ ਚਿਤ ਲਾਏ ਜੋ ਗੁਰ ਕੀ ਮਹਿਮਾ ਪ੍ਰਗਟਾਏ। ਸਤਿਗੁਰੂ ਜੀ ਨੇ ਬੜੀ ਸੁੰਦਰ ਵਾਰ ਗੌੜੀ ਦੀ ਵਾਰ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਦੋ ਵਾਰਾਂ ਨੇ, ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੀ ਉਚਾਰੀ ਹੋਈ
ਜਿਹਦੇ ਵਿੱਚ ਗੁਰੂ ਘਰ ਦੀ ਮਹਿਮਾ ਸਤਿਗੁਰਾਂ ਨੇ ਪ੍ਰਗਟ ਕੀਤੀ। ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਪ੍ਰਸੰਗ ਉਸ ਵਾਰ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਦਰਜ ਕੀਤੇ ਹਨ। ਸੁਨੋ ਸਿੱਖ ਚਿਤ ਕਰ ਸਾਵਧਾਨ, ਸ਼੍ਰੀ ਸਤਿਗੁਰ ਜੋ ਕੀਨ ਬਖਾਨ। ਕਹਿੰਦੇ ਹੈ ਗੁਰੂ ਕੇ ਸਿੱਖੋ, ਤੁਸੀਂ ਉਹ ਸਾਰਾ ਸ਼ਲੋਕ ਜਿਹੜਾ ਗੁਰੂ ਰਾਮਦਾਸ ਸਾਹਿਬ ਨੇ ਉਚਾਰਨ ਕੀਤਾ ਹੈ, ਉਹਨੂੰ ਮਨ ਲਾ ਕੇ ਚਿੱਤ ਲਾ ਕੇ ਇਕਾਗਰ ਹੋ ਕੇ ਸੁਣੋ। ਉਹ ਸ਼ਲੋਕ ਜਿਹੜਾ ਇਹਨਾਂ ਮਰਵਾਇਆਂ ਨੇ ਬੇਨਤੀ ਕੀਤੀ, ਗੋਂਦੇ ਦੀ ਔਲਾਦ ਨੇ ਬਾਦਸ਼ਾਹ ਦੀ ਕਚਹਿਰੀ ਚ ਉੱਥੇ ਜਿਹੜੀ ਉਹਨਾਂ ਦੀ ਦੁਰਦਸ਼ਾ ਹੋਈ, ਉੱਥੇ ਜੋ ਉਹਨਾਂ ਦੀ ਹਾਲਤ ਹੋਈ, ਲੋਕ ਪਰਲੋਕ ਵਿੱਚ ਉਹਨਾਂ ਦੀ ਜੋ ਦਸ਼ਾ ਹੋਈ, ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਪਵਿੱਤਰ ਸ਼ਲੋਕ ਵਿੱਚ ਪ੍ਰਗਟ ਕਰਕੇ ਦੱਸੀ। ਆਪ ਜੀ ਸਾਰੇ ਮਨ ਲਾ ਕੇ ਸੁਣੋ। ਸ਼ਲੋਕ ਮਹਿਲਾ ਚੌਥਾ, ਮਲ ਜੂਈ ਭਰਿਆ ਨੀਲਾ ਕਾਲਾ ਖੇਦੋਲੜਾ, ਤਿਨ ਵੇ ਮੁਖੈ ਨੂੰ ਪਾਇਆ। ਕਹਿੰਦੇ ਸ਼ਲੋਕ ਮਹੱਲਾ ਚੌਥਾ ਗੁਰੂ ਰਾਮਦਾਸ ਸਾਹਿਬ ਜੀ ਸ਼ਲੋਕ ਉਚਾਰਦੇ ਨੇ। ਬਾਦਸ਼ਾਹ ਦੀ ਕਚਹਿਰੀ 'ਚ ਫਰਿਆਦ ਕਰਨ ਵਾਲੇ ਫਰਿਆਦੀਆਂ ਨੂੰ ਉਸ ਵੇਲੇ ਇੱਕ ਚੋਲਾ ਪਾਣਾ ਪੈਂਦਾ ਸੀ, ਜਿਹਦੇ 'ਚ ਜੂਆਂ ਪਈਆਂ ਹੋਈਆਂ, ਮੈਲ ਨਾਲ ਭਰਿਆ ਹੋਇਆ, ਨੀਲਾ ਕਾਲਾ ਖਿਦੋਲੜਾ। ਖਿਦੋਲੜਾ ਕਹਿੰਦੇ ਨੇ ਵੀ ਬਹੁਤ ਜ਼ਿਆਦਾ ਪੁਰਾਣਾ ਜੀਰਨ ਜਿਹਾ ਉਹ ਚੋਲਾ ਹੁੰਦਾ ਸੀ। ਉਹ ਪਾ ਕੇ ਤੇ ਫਿਰ ਫਰਿਆਦੀ ਬਣ ਕੇ ਜਾਣਾ ਪੈਂਦਾ ਸੀ। ਕਹਿੰਦੇ ਗੋਂਦੇ ਦੇ ਪੁੱਤਰਾਂ ਨੂੰ ਵੀ ਉਹ ਪਾਉਣਾ ਪਿਆ ਗਲ ਦੇ ਵਿੱਚ। ਉਹ ਜੂਆਂ ਨਾਲ ਭਰਿਆ ਹੋਇਆ, ਮੈਲ ਨਾਲ ਭਰਿਆ ਹੋਇਆ ਖਿਦੋਲੜਾ ਸੀ। ਵੇਮੁਖਾਂ ਨੇ ਜਿਹੜੇ ਗੁਰੂ ਘਰ ਤੋਂ ਵੇਮੁਖ ਹੋ ਕੇ ਗਏ, ਉਹ ਵੇਮੁਖਾਂ ਨੇ ਸਰੀਰ ਦੇ ਉੱਤੇ ਇਹਨਾਂ ਤੇ ਪਵਾਇਆ ਗਿਆ। ਪਾਸ ਨ ਦੇਈ ਕੋਈ ਬਹਿਣ ਜਗਤ ਮੈਂ, ਗੂ ਪਰ ਸਗਵੀ ਮਲ ਲਾਏ ਮਨ ਮੁਕ ਆਇਆ। ਕਹਿੰਦੇ ਜਦੋਂ ਇਹਨਾਂ ਨੂੰ ਧੱਕੇ ਪਏ ਨਾ ਦਰਬਾਰ ਦੇ ਵਿੱਚੋਂ, ਤੇ ਜਦੋਂ ਇਹ ਬਾਹਰ ਡਿੱਗੇ ਤੇ ਡਿੱਗਦਿਆਂ ਜਿਹੜਾ ਸਰੀਰ ਤੇ ਕੱਪੜੇ ਵਸਤਰ ਪਾਏ ਹੋਏ ਉਹਨੂੰ ਗੰਦਗੀ ਲੱਗ ਗਈ, ਗੂ ਮਤਲਬ ਵਿਸ਼ਟਾ ਲੱਗ ਗਈ। ਤੇ ਜਦੋਂ ਵਿਸ਼ਟਾ ਲੱਗ ਗਈ ਸਰੀਰ ਦੇ ਉੱਤੇ, ਤੇ ਫਿਰ ਕੋਈ ਇਹਨਾਂ ਨੂੰ ਆਪਣੇ ਕੋਲ ਨਹੀਂ ਬਹਿਣ ਦਿੰਦਾ, ਕੋਈ ਇਹਨਾਂ ਨੂੰ ਆਪਣੇ ਨੇੜੇ ਨਹੀਂ ਬਹਿਣ ਦਿੰਦਾ। ਗੰਦਗੀ ਕਰਕੇ ਇੱਕ ਬਦਬੂ ਆਉਂਦੀ ਸੀ, ਇੱਕ ਜੂਆਂ ਦਾ ਭਰਿਆ ਉਹ ਮੈਲਾ ਕੱਪੜਾ ਸਰੀਰ ਤੇ ਇਹਨਾਂ ਨੇ ਪਾਇਆ ਹੋਇਆ ਸੀ। ਇਸ ਕਰਕੇ ਕਹਿੰਦੇ ਮਨਮੁਖਾਂ ਨੂੰ ਖਾਲੀ ਉੱਥੋਂ ਵਾਪਸ ਪਰਤਣਾ ਪਿਆ। ਸਗਵੀ ਮਲ ਲਾਏ ਮਨ ਮੁਕ ਆਇਆ। ਕਹਿੰਦੇ ਸਗੋਂ ਹੋਰ ਜ਼ਿਆਦੀ ਮੈਲ ਲਾ ਕੇ ਮਨਮੁਖ ਉੱਥੋਂ ਵਾਪਸ ਮੁੜੇ। ਪਰਾਈ ਜੋ ਨਿੰਦਾ ਚੁਗਲੀ ਨੂੰ ਵੇਬੁਕ ਕਰਕੇ ਭੇਜਿਆ, ਉਥੇ ਮੂੰਹ ਕਾਲਾ ਦੁਆਵੇ ਮੁਖਾਂ ਦਾ ਕਰਾਇਆ। ਜਿਹੜੇ ਗੁਰੂ ਘਰ ਦੀ ਨਿੰਦਾ ਕਰਦੇ ਸਨ ਤੇ ਸਤਿਗੁਰਾਂ ਦੀ ਨਿੰਦਾ ਤੇ ਚੁਗਲੀ ਕਰਨ ਵਾਸਤੇ ਬੇਮੁਖ ਕਰਕੇ ਇਹਨਾਂ ਨੂੰ ਭੇਜਿਆ ਸੀ। ਜਦੋਂ ਉੱਥੇ ਗਏ ਦੋ ਜਣੇ ਸੀ, ਇੱਕ ਗੋਂਦੇ ਦਾ ਪੁੱਤਰ ਤੇ ਇੱਕ ਉਹਦਾ ਨਾਲ ਚੇਲਾ ਸੀ। ਦੋਵੇਂ ਉਹਦੀ ਸਿਫਾਰਿਸ਼ ਕਰਨ ਵਾਸਤੇ ਨਾਲ ਗਿਆ ਹੋਇਆ। ਕਹਿੰਦੇ ਦੋਵਾਂ ਦਾ ਉੱਥੇ ਸਗੋਂ ਮੂੰਹ ਕਾਲਾ ਕੀਤਾ ਗਿਆ, ਦੋਵਾਂ ਦਾ ਮੂੰਹ ਕਾਲਾ ਕੀਤਾ ਗਿਆ ਵੀ ਇਹ ਤਾਂ ਝੂਠੇ ਨੇ, ਝੂਠੀ ਫਰਿਆਦ ਲੈ ਕੇ ਆਏ ਨੇ, ਗੁਰੂ ਘਰ ਦੀ ਚੁਗਲੀ ਕਰਨ ਵਾਸਤੇ ਆਏ ਨੇ। ਦੋਵਾਂ ਦਾ ਮੂੰਹ ਉੱਥੇ ਕਾਲਾ ਕਰਾਇਆ ਗਿਆ। ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਵੇਮੁਖ ਸਣੇ ਨਫਰੈ ਪੌਲੀ ਪਾਉਂਦੀ ਫਾਵਾ, ਹੋਏ ਕੈ ਤਿੰਨ ਉੱਠ ਘਰ ਆਇਆ। ਕਹਿਣ ਲੱਗੇ ਉਸ ਵੇਲੇ ਛੇਤੀ ਨਾਲ ਸਾਰੇ ਜਗਤ ਵਿੱਚ ਸੁਣਿਆ ਭਾਈ, ਤੜ ਦਾ ਮਤਲਬ ਛੇਤੀ ਨਾਲ, ਕਿ ਇਹ ਜਿਹੜੇ ਵੇਮੁਖ ਗੋਂਦੇ ਦਾ ਪੁੱਤਰ ਮਰਵਾਹ ਖੱਤਰੀ ਆਇਆ, ਸਣਾ ਨਫਰੈ, ਨਫਰੈ ਕਹਿੰਦੇ ਨੇ ਚੇਲੇ ਨੂੰ, ਆਪਣੇ ਚੇਲੇ ਦੇ ਸਮੇਤ ਆਇਆ ਤੇ ਪੌਲੀ ਪਾਉਂਦੀ ਫਾਵਾ ਹੋਏ ਉੱਠ ਘਰ ਆਇਆ। ਇਹਦਾ ਮਤਲਬ ਹੈ ਵੀ ਸਿਰ ਤੇ ਛਿੱਤਰ ਖਾਂਦਾ ਹੋਇਆ, ਜੁੱਤੀਆਂ ਦੇ ਹਾਰ ਗਲ 'ਚ ਪੈਂਦੇ ਨੇ ਇਹਨਾਂ ਦੇ, ਜਿਹੜੇ ਵੇਮੁਖ ਹੋ ਕੇ ਗੁਰੂ ਘਰ ਤੋਂ ਫਰਿਆਦ ਕਰਨ ਵਾਸਤੇ ਗਏ ਸੀ, ਤੇ ਫਾਵੇ ਹੋਏ, ਸੋਝੀ ਨਹੀਂ ਆਉਂਦੀ ਵੀ ਕੀ ਕਰੀਏ, ਫਾਵੇ ਹੋਏ ਉੱਠ ਕੇ ਬਾਦਸ਼ਾਹ ਦੀ ਕਚਹਿਰੀ ਚੋਂ ਬਾਹਰ ਆਏ ਨੇ, ਘਰ ਨੂੰ ਵਾਪਸ ਮੁੜੇ ਨੇ। ਅੱਗੇ ਸੰਗਤੀ ਕੁੜਮੀ ਵੇਮੁਖ ਰਲਣ ਨਾ ਮਿਲੈ, ਤਾਂ ਵੋਟੀ ਭਤੀਜੀ ਫਿਰ ਆਣ ਘਰ ਪਾਇਆ। ਤੇ ਫਿਰ ਉਸ ਵਕਤ ਅੱਗੇ ਨਾ ਤਾਂ ਸੰਗਤ ਵਿੱਚ ਮਿਲਣ ਜੋਗੇ ਰਹੇ। ਗੋਇੰਦਵਾਲ ਸਾਹਿਬ ਕਿਹੜਾ ਮੂੰਹ ਲੈ ਕੇ ਆਉਂਦੇ, ਸੰਗਤ ਵਿੱਚ ਕਿਵੇਂ ਮਿਲਦੇ ਜਿਹੜੇ ਗੁਰੂ ਘਰ ਦੇ ਬਰਖਲਾਫ ਫਰਿਆਦ ਲੈ ਕੇ ਗਏ ਸੀ ਬਾਦਸ਼ਾਹ ਕੋਲ। ਕਹਿੰਦੇ ਨਾ ਸੰਗਤ ਵਿੱਚ ਮਿਲਣ ਜੋਗੇ ਰਹੇ, ਨਾ ਕੁੜਮਾਂ ਦੇ ਵਿੱਚ ਰਲ ਕੇ ਬਹਿਣ ਜੋਗੇ ਰਹੇ। ਵੇਮੁਖ ਰਲਣਾ ਨਾ ਮਿਲੇ।
ਤੇ ਕਹਿੰਦੇ ਜਦੋਂ ਘਰ ਤੱਕ ਪਹੁੰਚਿਆ, ਫਾਵਾ ਹੋਇਆ, ਬੌਰਾ ਹੋਇਆ, ਤੇ ਵੋਟੀਆਂ ਤੇ ਭਤੀਜੀਆਂ ਨੇ ਉਸ ਵੇਲੇ ਚੁੱਕ ਕੇ ਮੰਜੇ ਤੇ ਪਾ ਦਿੱਤਾ। ਮਰਿਆਂ ਵਾਲੀ ਹਾਲਤ ਇਹਦੀ ਹੋ ਗਈ, ਸਰੀਰ ਚੋਂ ਪ੍ਰਾਣ ਨਿਕਲ ਗਏ। ਹਾਲਤ ਪਲਤ ਦੋਵੇਂ ਗਏ, ਨਿਤ ਭੁੱਖਾ ਕੂਕੇ ਤਿਹਾਇਆ। ਇਹੋ ਜੀ ਹਾਲਤ ਹੋਈ ਇਹਦੀ ਵੀ, ਲੋਕ ਵੀ ਵਿਗੜ ਗਿਆ ਤੇ ਪਰਲੋਕ ਵੀ ਚਲਾ ਗਿਆ। ਗਲ ਦੇ ਵਿੱਚ ਕਹਿੰਦੇ ਇਹੋ ਜਿਹਾ ਕੋਈ ਰੋਗ ਹੋ ਗਿਆ ਇਹਦੇ ਵੀ ਨਾ ਕੁਝ ਖਾ ਸਕਦਾ ਸੀ ਤੇ ਨਾ ਹੀ ਪੀ ਸਕਦਾ ਸੀ। ਆਖਿਰਕਾਰ ਭੁੱਖਾ ਤੇ ਧਿਆਇਆ, ਪਿਆਸਾ, ਉੱਚੀ ਉੱਚੀ ਕੂਕਦਾ, ਰੋਂਦਾ ਰੋਂਦਾ ਮਰ ਗਿਆ ਤੇ ਲੋਕ ਤੇ ਪਰਲੋਕ ਆਪਣਾ ਦੋਵੇਂ ਹੀ ਵਿਗਾੜ ਲਏ। ਧੰਨ ਧੰਨ ਸੁਆਮੀ ਕਰਤਾ ਪੁਰਖ, ਜਿਨ ਨਿਆਉ ਸਭ ਕੈ ਆਪ ਕਰਾਇਆ। ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਸੁਆਮੀ ਧਨ ਹੈ ਜਿਨ ਆਪ ਸੱਚੇ ਸਾਹਿਬ ਮਾਲਕ ਨੇ ਬੈਠ ਕੇ ਨਿਆਂ ਦੀ ਕੁਰਸੀ ਤੇ ਨਿਆਂ ਕੀਤਾ। ਜੋ ਨਿਆਂ ਹੋਣਾ ਚਾਹੀਦਾ ਸੀ ਉਹ ਹੋਇਆ। ਇਹ ਝੂਠੇ ਗਏ ਸੀ ਫਰਿਆਦੀ ਬਣ ਕੇ, ਉਸ ਸੱਚੇ ਪੁਰਖ ਵਾਹਿਗੁਰੂ ਕਰਤਾ ਪੁਰਖ ਨੇ ਸੱਚ ਦੀ ਕੁਰਸੀ ਤੇ, ਨਿਆਂ ਦੇ ਕੁਰਸੀ ਤੇ ਬੈਠ ਕੇ ਇਸ ਦਾ ਨਿਆਂ ਕੀਤਾ ਹੈ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਸਾਚੈ ਮਾਰ ਪਚਾਇਆ। ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ, ਜਿਹੜਾ ਸੱਚੇ ਸਤਿਗੁਰਾਂ ਦੀ ਨਿੰਦਾ ਕਰਦਾ, ਪੂਰੇ ਸਤਿਗੁਰਾਂ ਦੀ ਨਿੰਦਾ ਕਰਦਾ, ਉਹਨੂੰ ਧੁਰ ਦਰਗਾਹ ਤੋਂ ਪਰਮੇਸ਼ਰ ਦੀ ਮਾਰ ਪੈਂਦੀ ਹੈ। ਧੁਰ ਦਰਗਾਹ ਤੋਂ ਅਕਾਲ ਪੁਰਖ ਦੇ ਘਰੋਂ ਉਹਨੂੰ ਮਾਰ ਪੈਂਦੀ ਆ। ਸੱਚਾ ਵਾਹਿਗੁਰੂ ਪਰਮੇਸ਼ਰ ਆਪ ਉਹਨਾਂ ਨੂੰ ਮਾਰ ਕੇ ਇਸ ਤਰ੍ਹਾਂ ਖੁਆਰ ਕਰਦਾ ਜਿਵੇਂ ਇਹ ਬੇਮੁਖ ਹੋਏ ਨੇ, ਜਿਵੇਂ ਇਹਨਾਂ ਦੀ ਹਾਲਤ ਹੋਈ ਹੈ, ਇਹਨਾਂ ਦੀ ਦਸ਼ਾ ਹੋਈ ਹੈ। ਦਰਅਸਲ ਜੇ ਪੂਰੇ ਸਤਿਗੁਰਾਂ ਦੀ ਕੋਈ ਨਿੰਦਾ ਕਰੇਗਾ ਤੇ ਉਹਨਾਂ ਦੀ ਇਹੀ ਦਸ਼ਾ ਹੋਵੇਗੀ। ਇਹ ਅੱਖਰ ਤਿਨ ਆਖਿਆ, ਜਿਨ ਜਗਤ ਸਾਬੀ ਉਪਾਇਆ। ਮਹਾਰਾਜ ਜੀ ਕਹਿੰਦੇ ਜਿਹੜੇ ਅੱਖਰ ਨੇ ਨਾ, ਉਸ ਨੇ ਆਖੇ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਮੈਂ ਨਹੀਂ ਪਿਆ ਕਹਿੰਦਾ, ਇਹ ਉਹਨੇ ਆਖੇ ਨੇ ਜਿਹਨੇ ਸਾਰਾ ਜੱਗ ਪੈਦਾ ਕੀਤਾ, ਜਿਹਨੇ ਸਾਰਾ ਸੰਸਾਰ ਪੈਦਾ ਕੀਤਾ। ਉਹ ਅਕਾਲ ਪੁਰਖ ਪਰਮੇਸ਼ਰ ਇਹ ਅੱਖਰ ਕਹਿ ਰਿਹਾ ਹੈ ਕਿ ਜਿਹੜਾ ਪੂਰੇ ਗੁਰੂ ਦੀ ਨਿੰਦਾ ਕਰੇਗਾ ਉਹਨੂੰ ਖੁਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਰ ਕੇ ਪਚਾਏਗਾ, ਖਤਮ ਕਰੇਗਾ। ਜੋ ਪਈ ਰਹਿ ਗਏ ਬਾਲਕ ਇੱਕ ਪਿਛਾਰੀ, ਗੋਂਦੇ ਕੀ ਤ੍ਰਿਆ ਗੁਰੂ ਅਗਾਰੇ। ਖਾਲਸਾ ਜੀ ਗੋਂਦੇ ਦਾ ਪੁੱਤਰ ਮਰ ਗਿਆ, ਆਖਰ ਗੋਂਦੇ ਦੇ ਪੁੱਤਰ ਦਾ ਅੱਗੇ ਇੱਕ ਪੁੱਤਰ ਰਹਿ ਗਿਆ, ਛੋਟਾ ਜਿਹਾ ਬਾਲਕ ਸੀ ਉਹਦੀ ਔਲਾਦ ਵਿੱਚ, ਇੱਕੋ ਬੱਚਾ ਰਹਿ ਗਿਆ, ਬਾਕੀ ਮਰ ਖੱਪ ਗਏ। ਕਹਿੰਦੇ ਇੱਕ ਬੱਚਾ ਉਹਦੇ ਪਿੱਛੋਂ ਰਹਿ ਗਿਆ। ਉਸ ਵੇਲੇ ਜਿਹੜੀ ਗੋਂਦੇ ਦੀ ਘਰਵਾਲੀ ਸੀ ਉਹ ਜਿਉਂਦੀ ਸੀ। ਉਹ ਆਪਣੇ ਉਸ ਪੋਤਰੇ ਨੂੰ ਨਾਲ ਲੈ ਕੇ ਧੰਨ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚੀ। ਪਛਤਾਵਤ ਕਰ ਜੋਰ ਬਖਾਨੀ, ਪਛਤਾਉਂਦੀ ਹੋਈ ਕਿ ਸਾਡੇ ਕੋਲੋਂ ਗੁਨਾਹ ਹੋ ਗਿਆ, ਅਪਰਾਧ ਹੋ ਗਿਆ, ਤੇ ਪਛਤਾਵਾ ਆਪਣੇ ਮਨ ਵਿੱਚ ਕਰਦਿਆਂ ਹੋਇਆਂ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦੀ ਹੈ। ਇਹ ਸਭ ਮੰਦ ਨਾ ਮਹਿਮਾ ਜਾਨੀ। ਕਹਿਣ ਲੱਗੀ ਸਤਿਗੁਰੂ ਜੀ ਮੈਂ ਆਪ ਜੀ ਦੀ ਮਹਿਮਾ ਜਾਣਦੀ ਸੀ, ਮੇਰਾ ਪਤੀ ਵੀ ਜਾਣਦਾ। ਉਹ ਗੁਜ਼ਰ ਗਏ ਭਾਈ ਗੋਂਦਾ ਜੀ। ਅੱਗੋਂ ਇਹ ਜਿਹੜਾ ਮੇਰਾ ਪੁੱਤਰ ਹੈ ਇਹ ਮਾੜੀ ਮੱਤ ਵਾਲਾ ਸੀ, ਤੁਹਾਡੀ ਮਹਿਮਾ ਨਹੀਂ ਸੀ ਜਾਣਦਾ। ਉਹਨੇ ਆਪ ਜੀ ਦੀ ਮਹਿਮਾ ਨਹੀਂ ਜਾਣੀ, ਇਹਦੀ ਮੱਤ ਤੇ ਪੜਦਾ ਪਿਆ ਹੋਇਆ ਹੰਕਾਰੀ ਸੀ, ਲੋਭੀ ਬਣ ਗਿਆ, ਲਾਲਚੀ ਬਣ ਗਿਆ ਧਨ ਦਾ। ਇਹ ਆਪ ਜੀ ਦੀ ਵੱਡੀ ਭਾਰੀ ਮਹਿਮਾ ਨੂੰ ਜਾਣ ਨਹੀਂ ਸਕਿਆ। ਤੁਮ ਪ੍ਰਤਾਪ ਤੇ ਸਭ ਹੋਏ, ਕਰੀ ਅਵਗਿਆ ਤੁਮ ਸਭ ਖੋਏ। ਮਹਾਰਾਜ ਜੀ ਸਭ ਤੁਹਾਡੇ ਪ੍ਰਤਾਪ ਦੀ ਕਲਾ ਵਰਤੀ ਹੈ, ਇਹਨੇ ਤੁਹਾਡੀ ਅਵਗਿਆ ਕੀਤੀ ਤੇ ਇਹਨਾਂ ਸਾਰਿਆਂ ਦਾ ਨਾਸ ਹੋ ਗਿਆ। ਦਰਅਸਲ ਜਿਹੜਾ ਵੀ ਆਪ ਜੀ ਦੀ ਅਵਗਿਆ ਕਰਦਾ ਉਹਨਾਂ ਦਾ ਨਾਸ ਹੁੰਦਾ। ਇਹ ਆਪ ਜੀ ਦਾ ਪ੍ਰਤਾਪ ਹੈ, ਇਹ ਆਪ ਜੀ ਦੇ ਪ੍ਰਤਾਪ ਦੀ ਮਹਿਮਾ ਹੈ ਕਿ ਸਤਿਗੁਰੂ ਜੀ ਇਹਨੇ ਵੀ ਅਵਗਿਆ ਕੀਤੀ ਤੇ ਆਪ ਜੀ ਦੀ ਅਵਗਿਆ ਕਰਨ ਕਰਕੇ ਦਾ ਸਾਰਾ ਕੁਝ ਖੋਇਆ ਗਿਆ। ਰਿਓ ਬਾਲ ਇਹ ਅਬੈ ਪਿਛਾਰੀ। ਮਹਾਰਾਜ ਜੀ ਹੁਣ ਆ ਇੱਕ ਬੱਚਾ ਰਹਿ ਗਿਆ ਪਿੱਛੇ, ਹੋਰ ਕੋਈ ਸਾਡੇ ਕੋਲ ਔਲਾਦ ਨਹੀਂ ਰਹੀ, ਇਹੀ ਇੱਕ ਬੱਚਾ ਪਿੱਛੇ ਰਹਿ ਗਿਆ ਹੈ। ਰਾਖੋ ਕਿਰਪਾ ਕਰੋ ਸੁਖ ਕਾਰੇ। ਦਾਦਾ ਜੀ ਤੁਸੀਂ ਤਾਂ ਬੜੇ ਵੱਡੇ ਬਖਸ਼ੰਦ ਹੋ, ਕਿਰਪਾ ਕਰਕੇ ਹੁਣ ਇਹਨੂੰ ਰੱਖ ਲੋ ਵੀ ਇਹਦਾ ਅੱਗੇ ਪਰਿਵਾਰ ਵਧੇ, ਇਹਨੂੰ ਨਾ ਕੁਝ ਹੋਵੇ। ਮਹਾਰਾਜ ਇਹਦਾ ਬਾਪ ਮਰ ਗਿਆ, ਉਹ ਆਪਣੀਆਂ ਕਰਤੂਤਾਂ ਕਰਕੇ ਮਰਿਆ। ਤੁਹਾਡਾ ਪ੍ਰਤਾਪ ਸਤਿਗੁਰੂ ਜੀ ਐਸਾ, ਹੁਣ ਇਹਦੇ ਤੇ ਤਰਸ ਕਰੋ ਵੀ ਇਹਨੂੰ ਨਾ ਕੁਝ ਹੋਵੇ। ਮਹਾਰਾਜ ਇਹ ਦਇਆ ਆਪ ਜੀ ਕਿਰਪਾ ਕਰੋ। ਤਿੰਨੋਂ ਕਰਿਓ ਜਸ
तस फल पायो, अब रावर की शरणी आयो। ਉਹਨਾਂ ਨੇ ਜੋ ਕੀਤਾ ਸੀ ਉਹਨਾਂ ਨੇ ਆਪਣੀ ਕਰਨੀ ਦਾ ਫਲ ਭੁਗਤ ਲਿਆ, ਉਹਨਾਂ ਆਪਣੀ ਕਰਨੀ ਦਾ ਫਲ ਪਾ ਲਿਆ। ਤੇ ਹੇ ਸਾਹਿਬ ਜੀ, ਹੁਣ ਮੈਂ ਤੁਹਾਡੀ ਸ਼ਰਨ ਵਿੱਚ ਆਈ ਹਾਂ, ਇਹ ਬੱਚਾ ਵੀ ਤੁਹਾਡੀ ਸ਼ਰਨ ਵਿੱਚ ਹੈ। ਸਤਿਗੁਰੂ ਜੀ ਤੁਸੀਂ ਹੁਣ ਤਰਸ ਕਰੋ, ਦਇਆ ਕਰੋ ਇਸ ਬੱਚੇ ਤੇ ਵੀ ਇਹ ਚਿਰੰਜੀਵੀ ਹੋਵੇ। ਸੰਤ ਪ੍ਰਸੰਨ ਸਦਾ ਉਪਕਾਰੇ। ਮਹਾਰਾਜ ਜਿਹੜੇ ਸੰਤ ਹੁੰਦੇ ਨੇ ਉਹ ਸਦਾ ਪ੍ਰਸੰਨ ਹੁੰਦੇ, ਤੇ ਜਿੱਥੇ ਸਦਾ ਪ੍ਰਸੰਨ ਹੁੰਦੇ ਨੇ ਉੱਥੇ ਸਦਾ ਉਪਕਾਰੀ ਹੁੰਦੇ ਨੇ। ਉਹ ਸਦਾ ਦਇਆ ਕਰਦੇ ਨੇ, ਸਦਾ ਹੀ ਉਪਕਾਰ ਕਰਦੇ ਨੇ। ਬੁਰੇ ਨਾਲ ਸਭ ਕਰਨ ਬੁਰਿਆਈ, ਮਾਫ ਕਰਨ ਕਈ ਸਿਆਣੇ। ਬੁਰੇ ਨਾਲ ਭਲਾਈ ਕਰਨੀ, ਇਹ ਗੁਰੂ ਨਾਨਕ ਜਾਣੈ। ਕਰੈ ਬੁਰੇ ਕੋ ਭਲਾ ਵਿਚਾਰੀ, ਕਰੈ ਬੁਰੇ ਕੋ ਭਲਾ ਵਿਚਾਰੀ। ਮਹਾਰਾਜ ਤੁਹਾਡੇ ਘਰ ਦਾ ਤਾਂ ਇਹ ਸਿਧਾਂਤ ਹੈ ਕਿ ਤੁਸੀਂ ਬੁਰਿਆਂ ਦਾ ਵੀ ਭਲਾ ਕਰਦੇ ਹੋ। ਰੋਜ਼ ਗੁਰੂ ਦਰ ਤੇ ਪੜਿਆ ਜਾਂਦਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਮਹਾਰਾਜ ਤੁਹਾਡੇ ਘਰ ਦਾ ਤਾਂ ਸਿਧਾਂਤ ਹੀ ਹੈ ਵੀ ਬੁਰੇ ਦਾ ਵੀ ਭਲਾ ਕਰਨਾ। ਤੁਸੀਂ ਤਾਂ ਬੁਰਿਆਂ ਦਾ ਵੀ ਭਲਾ ਕਰਦੇ ਹੋ। ਜੇ ਇਹਦੇ ਬਾਪ ਨੇ ਬੁਰਿਆਈ ਕੀਤੀ ਤੇ ਮਹਾਰਾਜ ਇਹਦੇ ਤੇ ਤਰਸ ਕਰੋ, ਹੁਣ ਇਹਦੇ ਤੇ ਭਲਾ ਕਰੋ। ਮਹਾਰਾਜ ਤੁਸੀਂ ਬੁਰਿਆਂ ਦਾ ਭਲਾ ਕਰਨ ਵਾਲੇ ਹੋ। ਸੁਣ ਪ੍ਰਭ ਨੇ ਕਰਨਾ ਕਰ ਰਾਖਿਓ, ਇਸ ਤੇ ਬੰਸ ਬਿਰਦਾ ਤਬ ਭਾਕਿਓ। ਸੁਣ ਕੇ ਸਤਿਗੁਰੂ ਕਰਨਾ ਰਸ ਵਿੱਚ ਆ ਗਏ, ਬਚਨ ਕੀਤਾ ਇਹਦੇ ਤੋਂ ਅੱਗੇ ਇਹਦਾ ਬੰਸ ਵਧੇਗਾ, ਇਹਦੇ ਬੰਸ ਦਾ ਬਿਰਧਾਵ ਹੋਵੇਗਾ, ਇਹਦਾ ਅੱਗੇ ਪਰਿਵਾਰ ਚੱਲੇਗਾ, ਕੁਲ ਚੱਲੇਗੀ। ਭਈ ਪ੍ਰਸੰਨ ਸੁਗ੍ਰਹਿ ਕੋ ਗਈ, ਕਰੀ ਅਵਗਿਆ ਸੋ ਬਖਸ਼ੇ। ਪ੍ਰਸੰਨ ਹੋ ਕੇ ਉਸ ਬਾਲਕ ਨੂੰ ਲੈ ਕੇ ਵਾਪਸ ਘਰ ਗਈ, ਔਰ ਜਿਹੜੀ ਅਵਗਿਆ ਉਸ ਵਕਤ ਇਹਦੇ ਘਰ ਕੋਲੋਂ ਹੋਈ ਹੈ, ਉਹ ਅਵਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਬੇਨਤੀ ਕਰਕੇ ਨੇ ਬਖਸ਼ਾਈ ਹੈ। ਹੋਰ ਸਤਿਗੁਰਾਂ ਦੇ ਦਰ ਘਰ ਦੀ ਮਹਿਮਾ ਪ੍ਰਗਟ ਹੋ ਰਹੀ ਹੈ। ਉਹ ਕਥਾ ਆਪ ਜੀ ਸਮੇਂ-ਸਮੇਂ ਨਾਲ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦਾ ਸੁਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ